ਅੱਜ ਪੰਜਾਬ ਪਹੁੰਚ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੋ ਨਹੀਂ ਸਕੀ। ਖਾਲੀ ਹੱਥ ਉਹਨਾਂ ਨੂੰ ਮੁੜਨਾ ਪਿਆ ਹੈ ਤੇ ਹੁਣ ਸਾਰੇ ਮੇਣੋ ਮੇਣੀ ਹੋ ਰਹੇ ਨੇ। ਬੀਜੇਪੀ ਕਾਂਗਰਸ ਤੇ ਇਲਜ਼ਾਮ ਲਾ ਰਹੀ ਹੈ ਤਾਂ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਜੇਪੀ ਦੇ ਕਿਹੜੇ ਝੂਠ ਦਾ ਪਰਦਾ ਫਾਸ਼ ਕੀਤਾ ਹੈ, ਕੌਣ ਕੀ ਕਹਿ ਰਿਹਾ ਹੈ, ਸਾਰੀ ਰਿਪੋਰਟ ਇਸ ਬੁਲੇਟਿਨ ਦੇ ਵਿੱਚ ਦੱਸਾਂਗੇ। ਸਤਿ ਸ਼੍ਰੀ ਅਕਾਲ ਜੀ, ਦਾ ਖਾਲਸ ਟੀਵੀ ਦੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਸਭ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਅੱਜ ਦੇ ਬੁਲੇਟਿਨ ਦੇ ਵਿੱਚ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਤੁਹਾਨੂੰ ਕੱਲ ਦੀ ਲੋਕ ਰਾਏ ਦਾ ਨਤੀਜਾ ਦੱਸ ਦਿੰਦੇ ਹਾਂ। ਕੱਲ ਦੀ ਲੋਕ ਰਾਏ ਸੀ ਕਿ ਦਿੱਲੀ ਵਿੱਚ ਦਿਨ ਰਾਤ ਦਾ ਵੀਕਐਂਡ ਕਰਫਿਊ ਲਾ ਦਿੱਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਰਾਤ ਦਾ ਕਰਫਿਊ ਲਾਇਆ ਗਿਆ। ਕੀ ਤੁਸੀਂ ਪਾਬੰਦੀਆਂ ਨਾਲ ਸਹਿਮਤ ਹੋ? ਸਾਡੇ 19% ਦਰਸ਼ਕ ਤਾਂ ਸਹਿਮਤ ਨੇ, ਪਰ 81% ਦਰਸ਼ਕ ਸਹਿਮਤ ਨਹੀਂ ਹਨ। ਅੱਜ ਦੀ ਲੋਕ ਰਾਏ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਨਾਲ ਹੀ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਤੋਂ ਬਾਅਦ ਪੰਜਾਬ ਦੇ ਵਿੱਚ ਦੋ ਪੱਖ ਨੇ। ਇੱਕ ਪੱਖ ਕਹਿ ਰਿਹਾ ਹੈ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ, ਬੜੇ ਵੱਡੇ ਐਲਾਨ ਕੀਤੇ ਜਾਣੇ ਸੀ। ਦੂਸਰਾ ਪੱਖ ਕਹਿ ਰਿਹਾ ਹੈ ਕਿ ਇਹ ਸਿਰਫ ਸਿਆਸਤ ਖੇਡੀ ਗਈ ਹੈ। ਤੁਸੀਂ ਕਿਹੜੇ ਪੱਖ ਨਾਲ ਸਹਿਮਤ ਹੋ? ਜੇ ਪਹਿਲੇ ਨਾਲ ਸਹਿਮਤ ਹੋ ਯੈਸ ਲਿਖਿਓ, ਜੇ ਤੁਸੀਂ ਦੂਸਰੇ ਪੱਖ ਨਾਲ ਸਹਿਮਤ ਹੋ ਤਾਂ ਫਿਰ ਤੁਸੀਂ ਨੋ ਲਿਖਿਓ। ਖਬਰਾਂ ਵਿਸਥਾਰ ਦੇ ਨਾਲ ਤੇ ਗੱਲ ਪਹਿਲਾਂ ਪੰਜਾਬ ਦੀ ਹੀ ਕਰਾਂਗੇ ਤੇ ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਕਿਵੇਂ ਹੋਈ, ਮੁਲਤਵੀ ਹੋਈ, ਕੀ ਕੁਝ ਸਾਰਾ ਘਟਨਾਕ੍ਰਮ ਵਾਪਰਿਆ ਹੈ, ਸਾਰਾ ਤੁਹਾਨੂੰ ਦੱਸਦੇ ਹਾਂ। ਪੰਜਾਬ ਹੀ ਨਹੀਂ, ਭਾਰਤ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਡੀ ਖਬਰ ਇਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਦੀ ਰੈਲੀ ਨੂੰ ਸੰਬੋਧਨ ਕੀਤੇ ਤੋਂ ਬਿਨਾਂ ਹੀ ਵਾਪਸ ਚਲੇ ਗਏ। ਖਰਾਬ ਮੌਸਮ ਅਤੇ ਲਗਾਤਾਰ ਪੈ ਰਹੇ ਮੀਂਹ ਨੂੰ ਕਾਰਨ ਦੱਸਿਆ ਗਿਆ ਅਤੇ ਹੁਸੈਨੀਵਾਲਾ ਤੋਂ ਹੀ ਉਹਨਾਂ ਨੂੰ ਵਾਪਸ ਮੁੜਨਾ ਪਿਆ। ਮੋਦੀ ਨੂੰ ਪੰਜਾਬ ਦੇ ਬਹੁਤ ਚਰਚਿਤ ਦੌਰੇ ਦੌਰਾਨ ਆਪਣੇ ਦਿਲ ਦੀ ਗੱਲ ਕਹੇ ਤੋਂ ਬਿਨਾਂ ਹੀ ਦਿੱਲੀ ਵਾਪਸ ਜਾਣਾ ਪਿਆ। ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫੇਰੀ ਨੂੰ ਲੈ ਕੇ ਕਿਸਾਨਾਂ ਨੇ ਇੱਕ ਦਿਨ ਪਹਿਲਾਂ ਹੀ ਵੱਡਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ 3-4 ਦਿਨਾਂ ਤੋਂ ਲਗਾਤਾਰ ਮੋਦੀ ਜੀ ਦੇ ਪੁਤਲੇ ਫੂਕੇ ਜਾ ਰਹੇ ਸੀ। ਮੌਸਮ ਖਰਾਬ ਹੋਣ ਕਾਰਨ ਤੇ ਕਿਸਾਨਾਂ ਦੇ ਸੜਕਾਂ ਤੇ ਡਟੇ ਰਹਿਣ ਕਾਰਨ ਉਹਨਾਂ ਨੂੰ ਫਿਰੋਜ਼ਪੁਰ ਰੈਲੀ ਰੱਦ ਕਰਨੀ ਪਈ। ਹਾਲਾਂਕਿ ਸਰਕਾਰ ਹੈ ਜਿਹੜੀ ਉਹ ਸਿਰਫ ਮੌਸਮ ਖਰਾਬ ਨੂੰ ਵਜ੍ਹਾ ਦੱਸ ਰਹੀ ਹੈ। ਮੌਸਮ ਦੀ ਖਰਾਬੀ ਤੇ ਕਿਸਾਨਾਂ ਦੇ ਵਿਰੋਧ ਕਾਰਨ ਪ੍ਰਧਾਨ ਮੰਤਰੀ ਮੋਦੀ ਨੂੰ ਬਠਿੰਡੇ ਤੋਂ ਫਿਰੋਜ਼ਪੁਰ ਲਈ ਸੜਕ ਜ਼ਰੀਏ ਜਾਣਾ ਪਿਆ, ਜਿਸ ਕਾਰਨ ਉਹ ਰਾਹ ਵਿੱਚ ਇੱਕ ਪੁਲ ਦੇ ਉੱਤੇ 20 ਮਿੰਟ ਦੇ ਲਈ ਰੁਕੇ ਰਹੇ। ਕਾਫਲਾ ਉਹਨਾਂ ਦਾ 20 ਮਿੰਟ ਲਈ ਰੁਕਿਆ ਰਿਹਾ। ਨਹੀਂ ਤਾਂ ਹੁੰਦਾ ਕਿ ਪ੍ਰਧਾਨ ਮੰਤਰੀ ਵਰਗੀ ਹਸਤੀ ਜਦੋਂ ਸੜਕਾਂ ਦੇ ਉੱਤੇ ਜਾ ਰਹੀ ਹੋਵੇ ਤਾਂ ਕਈ ਮੀਲਾਂ ਦੂਰ ਤੱਕ ਸੜਕਾਂ ਪੂਰੀਆਂ ਖਾਲੀ ਕਰਵਾ ਦਿੱਤੀਆਂ ਜਾਂਦੀਆਂ ਨੇ। ਲੋਕਾਂ ਦੀਆਂ ਭਾਵੇਂ ਐਂਬੂਲੈਂਸਾਂ ਰੋਕਣੀਆਂ ਪੈਣ, ਚਾਹੇ ਜੋ ਮਰਜ਼ੀ ਕਰਨਾ ਪਵੇ, ਪਰ ਸੜਕਾਂ ਖਾਲੀ ਹੋ ਜਾਂਦੀਆਂ ਨੇ। ਪਰ ਇੱਥੇ 20 ਮਿੰਟ, ਅੱਧਾ ਮਿੰਟ ਵੀ ਜਦੋਂ ਉਹਨਾਂ ਦਾ ਕਾਫਲਾ ਰੁਕਿਆ ਰਹੇ ਤਾਂ ਖਬਰਾਂ ਦੇ ਵਿੱਚ ਸੁਰਖੀਆਂ ਬਣਦਾ, ਪਰ ਇੱਥੇ 20 ਮਿੰਟ ਕਾਫਲਾ ਰੁਕਿਆ ਰਿਹਾ। ਹਾਲਾਂਕਿ ਬਠਿੰਡਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਭਰਵਾਂ ਸਵਾਗਤ ਕੀਤਾ। ਉਸ ਤੋਂ ਬਾਅਦ ਨਰਿੰਦਰ ਮੋਦੀ ਬਠਿੰਡਾ 에ਅਰਪੋਰਟ ਤੋਂ ਸੜਕੀ ਰਾਹ ਰਾਹੀਂ ਆਪਣੇ ਕਾਫਲੇ ਸਮੇਤ ਫਿਰੋਜ਼ਪੁਰ ਰਵਾਨਾ ਹੋ ਗਏ ਸੀ। ਪਰ ਜਦੋਂ 20 ਮਿੰਟ ਕਾਫਲਾ ਰੁਕਿਆ ਰਿਹਾ ਤਾਂ ਮੋਦੀ ਦੇ ਸੁਰੱਖਿਆ ਕਾਫਲੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਾਪਸ ਮੁੜਨ ਦੀ ਸਲਾਹ ਦੇ ਦਿੱਤੀ ਤੇ ਮੰਚ ਜਿਹੜਾ ਸਜਿਆ ਸੀਗਾ, ਜਿਹਦੇ ਤੇ ਲੱਖਾਂ ਰੁਪਏ ਖਰਚ ਆਏ ਸੀ, ਫਿਰੋਜ਼ਪੁਰ ਦਾ ਮੰਚ, ਉਸ ਮੰਚ ਤੋਂ ਸਿਰਫ ਹੰਸਰਾਜ ਹੰਸ, ਕੈਪਟਨ ਅਮਰਿੰਦਰ ਸਿੰਘ, ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਣੇ ਕੁਝ ਹੋਰ ਬੀਜੇਪੀ ਦੇ ਲੀਡਰਾਂ ਨੇ ਸੰਖੇਪ ਜਿਹੇ ਸੰਬੋਧਨ ਕੀਤੇ। ਅਸ਼ਵਨੀ ਸ਼ਰਮਾ ਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਵਿੱਚ ਅਗਲੀ ਸਰਕਾਰ ਆਪਣੀ ਬਣਨ ਦਾ ਦਾਅਵਾ ਕੀਤਾ। ਅਸ਼ਵਨੀ ਸ਼ਰਮਾ ਦੇ ਸੰਬੋਧਨ ਤੋਂ ਬਾਅਦ ਜਿਹੜਾ ਸਮਾਗਮ ਸੀ ਉਸ ਦੇ ਖਤਮ ਹੋਣ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਸੀ। ਸੋ ਇਹ ਸਾਰਾ ਕੁਝ ਹੋਣ ਤੋਂ ਬਾਅਦ ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਤਾਨਾ ਮਾਰਿਆ ਹੈ। ਉਹਨਾਂ ਨੇ ਅਧਿਕਾਰੀਆਂ ਨੂੰ ਤਾਨਾ ਮਾਰ ਕੇ ਆਪਣਾ ਦਿਲ ਹੌਲਾ ਕੀਤਾ। ਕਹਿੰਦੇ ਆਪਣੇ ਸੀਐਮ ਨੂੰ ਧੰਨਵਾਦ ਕਹਿ ਦਿਓ ਕਿ ਮੈਂ ਬਠਿੰਡਾ 에ਅਰਪੋਰਟ ਤੱਕ ਜਿਉਂਦਾ ਪਰਤ ਸਕਿਆ। ਬਠਿੰਡਾ ਹਵਾਈ ਅੱਡੇ ਤੇ ਵਾਪਸ ਮੁੜਨ ਲਈ ਉਹ ਕਾਫੀ ਭਰੇ ਪੀਤੇ ਨਜ਼ਰ ਆ ਰਹੇ ਸੀ। ਇਹ ਵੀ ਖਬਰਾਂ ਮਿਲੀਆਂ ਨੇ। ਬੀਜੇਪੀ ਨੇ ਪ੍ਰਧਾਨ ਮੰਤਰੀ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਨਾ ਕਰਵਾਉਣ ਦੇ ਦੋਸ਼ ਲਾਉਂਦਿਆਂ ਚੰਨੀ ਸਰਕਾਰ ਤੋਂ ਅਸਤੀਫਾ ਵੀ ਮੰਗ ਲਿਆ। ਇਸੇ ਦੌਰਾਨ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਗਲਤੀ ਹੋਣ ਬਦਲੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗ ਲਿਆ। ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਦੇ ਵਿੱਚ ਘਾਟ ਦੇ ਚੱਲਦਿਆਂ ਬਠਿੰਡਾ ਤੋਂ ਫਿਰੋਜ਼ਪੁਰ ਜਾਂਦੇ ਪ੍ਰਧਾਨ ਮੰਤਰੀ ਦਾ ਕਾਫਲਾ ਲਗਭਗ 20 ਮਿੰਟਾਂ ਲਈ ਫਲਾਈਓਵਰ ਤੇ ਕਿਉਂ ਰੋਕਣਾ ਪਿਆ। ਤੇ ਉਧਰ ਜਦੋਂ ਫਿਰੋਜ਼ਪੁਰ ਰੈਲੀ ਦੇ ਵਿੱਚ ਤਿਆਰੀਆਂ ਬੀਜੇਪੀ ਵਾਲਿਆਂ ਦੀਆਂ ਧਰਾਈਆਂ ਰਹਿ ਗਈਆਂ ਤਾਂ ਬੀਜੇਪੀ ਲੀਡਰ ਵੀ ਗੁੱਸੇ ਦੇ ਵਿੱਚ ਆ ਗਏ। ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੁਰੱਖਿਆ ਨਾ ਦੇਣ ਬਦਲੇ ਚੰਨੀ ਵਜ਼ਾਰਤ ਤੋਂ ਅਸਤੀਫਾ ਮੰਗ ਲਿਆ। ਉਹਨਾਂ ਦੋਸ਼ ਲਾਇਆ ਕਿ ਚੰਨੀ ਸਰਕਾਰ ਰੈਲੀ 'ਚ ਹੋਣ ਵਾਲੇ ਇਕੱਠ ਨੂੰ ਦੇਖ ਕੇ ਡਰ ਗਈ ਸੀ, ਜਿਸ ਕਰਕੇ ਸੁਰੱਖਿਆ ਦੇ ਬੰਦੋਬਸਤ ਹੀ ਨਹੀਂ ਕੀਤੇ ਗਏ। ਚੰਨੀ ਸਰਕਾਰ ਨੇ ਆਪਣੇ ਹੱਥ ਖੜੇ ਕਰ ਦਿੱਤੇ ਤੇ ਹੁਣ ਚੰਨੀ ਸਰਕਾਰ ਨੂੰ ਸਰਕਾਰ 'ਚ ਬਣੇ ਰਹਿਣ ਦਾ ਕੋਈ
हक नहीं रह गया। उन्होंने कहा बिजली गिराने की हमें भी जिद है। इस लाइनां दे नाल उन्होंने अपने भाषण की शुरुआत की ਅਤੇ कहा कि रोकां दे बावजूद ਲੱਖਾਂ ਦੀ ਗਿਣਤੀ ਵਿੱਚ लोग अपने लीडर ਦੇ विचार सुनने ਦੇ ਲਈ ਪਹੁੰਚੇ पर सुरक्षा के अधूरे प्रबंधों करके राह चों वापस मुड़ना पिया। उन्होंने अपने दावे की पुष्टि करने के लिए रैली विच पहुंचियां 12,000 बसां ते कारां दी गिणती भी दसी। हालांकि रैली दीयां तस्वीरां कुछ होर ही दृश्य पेश करदियां ने। इन्हां दृश्यां दे विच देखिया जा सकदा है कि रैली दे विच लाल रंग दीयां कुर्सियां तकरीबन खाली पईयां ने। टावी कुर्सी ते लोग बैठे दिखाई दे रहे ने। हालांकि असीं इह दावा नहीं करदे कि तस्वीरां रैली शुरू होण तो बाद दीयां ने जां फिर पहलां दीयां। अश्विनी शर्मा ने यह भी कहा कि पंजाब ने पहलां ही संताप भोगिया है, हुण चन्नी सरकार दोबारा उसे थां पंजाब नूं धक्कण दी चाल ते आ गई है। रैली विच आउण वाले बीजेपी दे वर्करां नूं रोकण दे लई उन्हां ने पुलिस ते लाठी चार्ज दे दोष भी लाए ते नाल ही पुलिस अफसरां नूं ताड़ना भी कीती। फलक को जिद है, जहां बिजलियां गिराने की हमें भी जिद है, वहीं आशियां बनाने की। जड़ी सरकार कानून व्यवस्था नहीं बना सकती, उस सरकार नूं एक मिनट भी पंजाब दे अंदर राज करन दा मौका नहीं दिता जा सकता। ये सरकार जाना तय है। ये हथकंडे अपना के ये पहला भी पंजाब ने बहुत संताप देखा है। कई मावा ने आतंकवादी पेड़ दे वीर चढ़े ने, पैरों दे सुहाग उजड़े ने। अज फिर ये सरकार पुलिस के अफसरां नूं भी बाज आना चाहिए। पुलिस के अफसरां नूं भी बाज आना चाहिए। सरकारां आनियां ने, सरकारां जानियां ने। सो प्रधानमंत्री मोदी दे तानिਆਂ ਤੋਂ ਬਾਅਦ ਅਤੇ ਬੀਜੇਪੀ ਦੇ ਵੱਲੋਂ ਅਸਤੀਫਾ ਮੰਗੇ ਜਾਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਆਪਣਾ ਸਪਸ਼ਟੀਕਰਨ ਦਿੱਤਾ ਹੈ। ਸਾਰੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ। ਕਹਿੰਦੇ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ, ਮੈਂ ਖੁਦ ਰਾਤ 3 ਵਜੇ ਤੱਕ ਗੱਲਬਾਤ ਕਰਕੇ ਸਾਰੇ ਰਸਤੇ ਕਲੀਅਰ ਕਰਵਾਏ ਸੀ। ਉਹਨਾਂ ਨੂੰ ਕਿਹਾ ਸੀ ਕਿ ਤੁਹਾਡੀ ਮੁਲਾਕਾਤ ਪ੍ਰਧਾਨ ਮੰਤਰੀ ਦੇ ਨਾਲ ਕਰਵਾਵਾਂਗਾ, ਯਾਨੀ ਕਿ ਕਿਸਾਨਾਂ ਦੇ ਨਾਲ ਮੇਰੀ ਗੱਲਬਾਤ ਹੋ ਚੁੱਕੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਬਾਈ 에ਅਰ ਸੀ, ਪਰ ਬਠਿੰਡਾ ਆ ਕੇ ਉਹਨਾਂ ਨੇ ਅਚਾਨਕ ਪ੍ਰੋਗਰਾਮ ਬਦਲ ਦਿੱਤਾ ਤੇ ਇਸ ਬਦਲੇ ਪ੍ਰੋਗਰਾਮ ਦੀ ਪੰਜਾਬ ਸਰਕਾਰ ਨੂੰ ਜਾਣਕਾਰੀ ਨਹੀਂ ਦਿੱਤੀ ਗਈ। ਜੇ ਸਾਨੂੰ ਪਹਿਲਾਂ ਦੱਸਿਆ ਹੁੰਦਾ ਤਾਂ ਬਦਲਵਾਂ ਰੂਟ ਜਾਂ ਕੋਈ ਹੋਰ ਹੈ ਜਿਹੜਾ ਉਹ ਪ੍ਰਬੰਧ ਅਸੀਂ ਕਰ ਲੈਂਦੇ। ਇਹ ਕੁਦਰਤੀ ਹੋ ਗਿਆ ਕਿ ਅੱਗੇ ਕਿਸੇ ਨੇ ਰਾਹ ਰੋਕ ਲਿਆ। ਚੰਨੀ ਨੇ ਕਿਹਾ ਕਿ ਰੈਲੀ ਤਾਂ ਇਹਨਾਂ ਨੇ ਬਹੁਤ ਵੱਡੀ ਰੱਖ ਲਈ, ਕੁਰਸੀਆਂ ਲਾ ਦਿੱਤੀਆਂ, 70,000 ਬੰਦੇ 700 ਵੀ ਨਹੀਂ ਪਹੁੰਚੇ, ਫਿਰ ਬਹਾਨਾ ਤਾਂ ਲਾਉਣਾ ਹੀ ਸੀਗਾ ਇਹਨਾਂ ਨੇ। ਚੰਨੀ ਨੇ ਦਾਅਵਾ ਕੀਤਾ ਕਿ ਕਿਸੇ ਨੂੰ ਨਹੀਂ ਰੋਕਿਆ, ਮੀਂਹ ਹੋਵੇ ਜਾਂ ਕੁਝ ਹੋਰ, ਜਿਸਨੇ ਜਾਣਾ ਹੁੰਦਾ ਉਹ ਪਹੁੰਚ ਹੀ ਜਾਂਦਾ। ਸੋ ਹੁਣ ਸਾਰੇ ਕਾਸੇ ਦੀ ਗਾਜ਼ ਹੈ ਜਿਹੜੀ ਉਹ ਫਿਰੋਜ਼ਪੁਰ ਦੇ ਐਸਐਸਪੀ ਤੇ ਸੁੱਟ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਅਧੂਰੇ ਸੁਰੱਖਿਆ ਪ੍ਰਬੰਧਾਂ ਦਾ ਮਿਹਣਾ ਮਾਰਨ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਚੰਨੀ ਸਰਕਾਰ ਨੂੰ ਤਲਬ ਕੀਤੇ ਜਾਣ ਤੋਂ ਬਾਅਦ ਫਿਰੋਜ਼ਪੁਰ ਦੇ ਐਸਐਸਪੀ ਹਰਮਨ ਹੰਸ ਤੇ ਗਾਜ ਡਿੱਗ ਪਈ ਹੈ। ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਸਸਪੈਂਡ ਹੋਣ ਦੀ ਸੂਚਨਾ ਮਿਲੀ ਹੈ। ਤੇ ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖਾਸ ਤੌਰ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਕਿਉਂਕਿ ਬੀਜੇਪੀ ਪਾਰਟੀ, ਭਾਰਤ ਦਾ ਗ੍ਰਹਿ ਮੰਤਰਾਲਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਹਨਾਂ ਸਾਰਿਆਂ ਨੇ ਕਾਂਗਰਸ ਸਰਕਾਰ ਤੇ ਚੰਨੀ ਸਰਕਾਰ ਤੇ ਵੱਡੇ ਇਲਜ਼ਾਮ ਲਾਏ ਨੇ। ਤਾਂ ਫਿਰ ਜ਼ਾਹਿਰ ਤੌਰ ਤੇ ਸੀਐਮ ਚੰਨੀ ਦਾ ਪ੍ਰੈਸ ਕਾਨਫਰੰਸ ਕਰਨਾ ਸ਼ਾਇਦ ਲਾਜ਼ਮੀ ਹੋ ਗਿਆ ਸੀ। ਐਮਰਜੈਂਸੀ ਪ੍ਰੈਸ ਕਾਨਫਰੰਸ ਸੱਦੀ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਤਰ੍ਹਾਂ ਮੁੜ ਜਾਣ ਦੇ ਨਾਲ ਮੈਨੂੰ ਬਹੁਤ ਅਫਸੋਸ ਹੈ। ਕਹਿੰਦੇ ਮੈਂ ਤਾਂ ਲੈਣ ਜਾਣਾ ਸੀ, ਪਰ ਮੇਰੇ ਜਿਹੜੇ ਨਾਲ ਰਹਿੰਦੇ ਮੁਲਾਜ਼ਮ ਉਹਨਾਂ ਨੂੰ ਕਰੋਨਾ ਹੋ ਗਿਆ ਸੀ, ਇਸ ਕਰਕੇ ਮੈਂ ਸੁਰੱਖਿਆ ਦੇ ਲਿਹਾਜ਼ ਨਾਲ ਨਹੀਂ ਗਿਆ ਤੇ ਮੈਂ ਸਾਡੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਡਿਊਟੀ ਲਾਈ ਸੀ ਉਹਨਾਂ ਦਾ ਸਵਾਗਤ ਕਰਨ ਦੀ। ਅਸੀਂ ਪ੍ਰਧਾਨ ਮੰਤਰੀ ਦਾ ਪੂਰਾ ਸਤਿਕਾਰ ਕਰਦੇ ਹਾਂ। ਕਹਿੰਦੇ ਮੈਂ ਤਾਂ ਮੋਦੀ ਜੀ ਦੇ ਸਵਾਗਤ ਦੇ ਲਈ ਬਹੁਤ ਕੁਝ ਤਿਆਰ ਕਰੀ ਬੈਠਾ ਸੀ, ਲੈਕਚਰ ਤਿਆਰ ਕਰੀ ਬੈਠਾ ਸੀ, ਮੰਗਾਂ ਤਿਆਰ ਕਰੀ ਬੈਠਾ ਸੀ ਕਿ ਪੰਜਾਬ ਦੇ ਲਈ ਆਹ ਕੁਝ ਮੰਗਾਂਗੇ, ਪਰ ਜੇ ਮਾਮਲਾ ਸੁਰੱਖਿਆ ਨੂੰ ਲੈ ਕੇ ਆ ਤਾਂ ਅਸੀਂ ਇਸ ਦੀ ਜਾਂਚ ਜ਼ਰੂਰ ਕਰਵਾਵਾਂਗੇ। ਮੋਦੀ ਜੀ ਦੇ ਵੱਲੋਂ ਚੰਨੀ ਨੂੰ ਮਾਰੇ ਗਏ ਤਾਨੇ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਕਿ ਮੋਦੀ ਜੀ ਮੇਰੇ ਤੋਂ ਵੱਡੇ ਨੇ, ਜੇ ਉਹਨਾਂ ਨੇ ਮੈਨੂੰ ਗੁੱਸੇ ਵਿੱਚ ਜਾਂ ਸਿਆਸੀ ਪੱਖੋਂ ਕੁਝ ਵੀ ਕਿਹਾ ਹੈ ਤਾਂ ਮੈਂ ਉਹਨੂੰ ਸਵੀਕਾਰ ਕਰਦਾ ਹਾਂ, ਮੈਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿਆਂਗਾ। ਇੱਕ ਉਹਨਾਂ ਨੇ ਇਹ ਕਿਹਾ ਕਿ 5 ਦਿਨਾਂ ਤੋਂ ਕੇਂਦਰ ਦੀਆਂ ਏਜੰਸੀਆਂ ਦੇ ਅਧੀਨ ਹੀ ਸਾਰਾ ਪ੍ਰੋਗਰਾਮ ਸੀ ਪੰਜਾਬ ਦੇ ਵਿੱਚ। ਇਹੀ ਸਵਾਲ ਹੈ ਜਿਹੜਾ ਲੋਕ ਸੋਸ਼ਲ ਮੀਡੀਆ ਤੇ ਚੁੱਕ ਰਹੇ ਨੇ ਕਿ ਸਾਰੀਆਂ ਮੁਲਕ ਦੀਆਂ ਏਜੰਸੀਆਂ ਲੱਗੀਆਂ ਹੋਈਆਂ ਸੀ ਤੇ ਜਿਹੜਾ ਇਹ ਜਿਹੜੀ ਗਾਜ ਹੈ ਉਹ ਸੂਬਾ ਸਰਕਾਰ ਤੇ ਸੁੱਟੀ ਜਾ ਰਹੀ ਹੈ।
ਚੰਨੀ ਨੇ ਦਾਅਵਾ ਕੀਤਾ ਕਿ ਅਸੀਂ ਰਾਤ 2-3 ਵਜੇ ਤੱਕ ਸਾਰੇ ਰਾਹ ਖਾਲੀ ਕਰਵਾ ਦਿੱਤੇ ਸੀ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਅਸੀਂ ਭਰੋਸਾ ਦਿਵਾਇਆ ਸੀ ਕਿ ਅਸੀਂ ਉਹਨਾਂ ਦੀ ਮੋਦੀ ਜੀ ਦੇ ਨਾਲ ਗੱਲ ਕਰਵਾ ਦੇਵਾਂਗੇ। ਕਹਿੰਦੇ ਅਸੀਂ ਪਹਿਲਾਂ ਹੀ ਬੀਜੇਪੀ ਨੂੰ ਇਹ ਸੰਕੇਤ ਦੇ ਦਿੱਤਾ ਸੀ ਮੌਸਮ ਖਰਾਬ ਹੈ, ਕਿਸਾਨਾਂ ਦਾ ਵੀ ਪ੍ਰਦਰਸ਼ਨ ਹੈ, ਜੇ ਪ੍ਰੋਗਰਾਮ ਰੱਦ ਹੋ ਸਕਦਾ ਤਾਂ ਰੱਦ ਕਰ ਦਿਓ, ਪਰ ਬੀਜੇਪੀ ਨੇ ਪ੍ਰੋਗਰਾਮ ਰੱਦ ਨਹੀਂ ਕੀਤਾ। ਇੱਕ ਉਹਨਾਂ ਨੇ ਖੁਲਾਸਾ ਕੀਤਾ, ਲਿਖਤੀਆ ਚਿੱਠੀ ਵੀ ਜਾਰੀ ਕੀਤੀ ਹੈ। ਕਹਿੰਦੇ ਸਾਨੂੰ ਪੀਐਮਓ ਤੋਂ ਸਾਰਾ ਲਿਖਤੀ ਪ੍ਰੋਗਰਾਮ ਆਇਆ ਹੋਇਆ ਸੀ ਤੇ ਵਾਇਆ ਸੜਕ ਰਾਹੀਂ ਸਾਨੂੰ ਕੋਈ ਵੀ ਪ੍ਰੋਗਰਾਮ ਨਹੀਂ ਦੱਸਿਆ ਗਿਆ, ਇਹ ਉਹਨਾਂ ਨੇ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਤੇ ਕੋਈ ਹਮਲਾ ਨਹੀਂ ਹੋਇਆ, ਸਾਡੇ ਕਿਸਾਨ ਪਹਿਲਾਂ ਵੀ ਪੂਰਾ ਸਾਲ ਦਿੱਲੀ ਧਰਨੇ ਤੇ ਬੈਠੇ ਰਹੇ ਨੇ, ਉਦੋਂ ਤਾਂ ਉਹਨਾਂ ਨੇ ਕੋਈ ਹਮਲਾ ਨਹੀਂ ਕੀਤਾ ਮੋਦੀ ਜੀ ਦੇ ਘਰੇ ਜਾ ਕੇ। ਇਹ ਬਿਲਕੁਲ ਗਲਤ ਹੈ। ਪ੍ਰਧਾਨ ਮੰਤਰੀ ਜਦੋਂ ਪੰਜਾਬ ਆਏ ਤਾਂ ਉਹਨਾਂ ਨਾਲ ਜਿਹੜੀ ਘਟਨਾ ਹੋਈ ਹੈ ਉਸ ਨੂੰ ਪੰਜਾਬ ਸਰਕਾਰ ਦੇ ਨਾਲ ਜੋੜਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਾਪਸ ਜਾਣ ਦਾ ਫੈਸਲਾ ਆਪ ਲਿਆ। ਕਹਿੰਦੇ ਪੰਜਾਬੀ ਆਪਣੀ ਜਾਨ ਤੋਂ ਤਾਂ ਜਾ ਸਕਦਾ ਹੈ ਪਰ ਆਪਣੇ ਘਰ ਆਏ ਮਹਿਮਾਨ ਨੂੰ ਕੁਝ ਨਹੀਂ ਕਹਿੰਦਾ। ਜੇ ਕੇਂਦਰ ਨੂੰ ਲੱਗਦਾ ਹੈ ਕਿ ਸੂਬਾ ਸਰਕਾਰ ਦੇ ਵੱਲੋਂ ਸੁਰੱਖਿਆ ਦਾ ਉਲੰਘਣ ਕੀਤਾ ਗਿਆ ਤਾਂ ਅਸੀਂ ਇਸ ਦੀ ਜਾਂਚ ਕਰਾਂਗੇ। ਜਿਹੜੇ ਪ੍ਰੋਟੈਸਟ ਹੁੰਦੇ ਨੇ, ਮੁਜ਼ਾਹਰੇ ਹੁੰਦੇ ਨੇ, ਉਹ ਲੋਕਤੰਤਰਿਕ ਤਰੀਕੇ ਦੇ ਨਾਲ ਪ੍ਰਦਰਸ਼ਨ ਹੁੰਦੇ ਨੇ, ਪਰ ਹਮਲਾ ਕੋਈ ਨਹੀਂ ਹੋਇਆ। ਇੱਕ ਪੱਤਰਕਾਰ ਨੇ ਫਿਰ ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਲੱਗਣ ਦਾ ਸਵਾਲ ਪੁੱਛਿਆ ਤਾਂ ਚੰਨੀ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ ਰਾਸ਼ਟਰਪਤੀ ਰਾਜ ਲੱਗਣਾ ਹੀ ਹੈ, ਬੀਜੇਪੀ ਦੀ ਇਹ ਮਨਸ਼ਾ ਹੈ, ਪਰ ਅਸੀਂ ਰਾਸ਼ਟਰਪਤੀ ਰਾਜ ਤੋਂ ਡਰ ਕੇ ਕੰਮ ਨਹੀਂ ਕਰ ਰਹੇ। ਮੈਂ ਅਸਤੀਫਾ ਕਿਹੜੀ ਗੱਲ ਤੋਂ ਦਿਆਂ, ਇਹਦੇ ਵਿੱਚ ਮੇਰੀ ਕੀ ਗਲਤੀ ਹੈ? ਇਹ ਸਿਰਫ ਇੱਕ ਸਿਆਸੀ ਪ੍ਰਦਰਸ਼ਨ ਸੀ, ਬੀਜੇਪੀ ਦਾ ਪ੍ਰਦਰਸ਼ਨ ਸੀ। 70,000 ਕੁਰਸੀ ਲੱਗੀ ਸੀ ਪਰ ਬੰਦਾ 700 ਪਹੁੰਚਿਆ, ਤਾਂ ਇਹਦੇ ਵਿੱਚ ਹੁਣ ਮੈਂ ਕੀ ਕਰਾਂ? ਚੁਣੀ ਹੋਈ ਸਰਕਾਰਾਂ ਹੈ, ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰੀਏ ਤੇ ਸਾਨੂੰ ਪੂਰਾ ਸਤਿਕਾਰ ਹੈ। ਮੈਂ ਆਪ ਉਹਨਾਂ ਨੂੰ ਰਿਸੀਵ ਕਰਨ ਤੇ ਉਹਨਾਂ ਦੇ ਨਾਲ ਰਹਿਣਾ ਸੀ। ਪਹਿਲਾਂ ਤੋਂ ਪ੍ਰੋਗਰਾਮ ਬਣਿਆ ਸੀ ਕਿ ਮੈਂ ਉਹਨਾਂ ਨੂੰ ਬਠਿੰਡੇ ਰਿਸੀਵ ਕਰਨਾ ਹੈ। ਉਸ ਤੋਂ ਬਾਅਦ ਹੈਲੀਕਾਪਟਰ ਦੇ ਵਿੱਚ ਮੈਂ ਉਹਨਾਂ ਦੇ ਨਾਲ ਜਾਣਾ ਸੀ, ਫਿਰੋਜ਼ਪੁਰ ਜਾ ਕੇ ਉਹਨਾਂ ਦੇ ਨਾਲ ਇੱਕ ਮੀਟਿੰਗ ਵੀ ਅਟੈਂਡ ਕਰਨੀ ਸੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਪੋਲੀਟੀਕਲ ਰੈਲੀ ਕਰਨੀ ਸੀ, ਉੱਥੇ ਸਾਡਾ ਜਾਣ ਦਾ ਪ੍ਰੋਗਰਾਮ ਨਹੀਂ ਸੀ। ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੇ ਨਾਲ ਜਾਂ ਉਹਨਾਂ ਨੂੰ ਕੋਈ ਖਤਰੇ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਇਹ ਬਿਲकुल गलत है कि प्रधानमंत्री जी जब पंजाब में आए तो उनकी सिक्योरिटी लैपसीट दिखाकर उनको खतरे के साथ कोई जोड़ा जा रहा है। ये राजनीति इसमें नहीं होनी चाहिए। वी हैव एवरी रिस्पेक्ट फॉर अवर प्राइम मिनिस्टर। कोई भी ऐसी बात नहीं हुई कि उनकी शान में या उनकी सिक्योरिटी को कोई खतरा हुआ हो। पंजाब सरकार, पंजाब पुलिस इसमें सक्षम है। ये इस कारण हुआ कि हेलीपैड से हेलीकॉप्टर पे जाना था, अचानक प्रोग्राम सड़क पे जाने का बनाया गया, जो कि प्रोग्राम में नहीं था, पहले से नहीं था। फिर भी आगे एजिटेटर बैठे हैं, पीछे काफी पीछे गाड़ियां रोकर बता दिया गया कि आगे एजिटेशन वाले एकदम सड़क पे आकर बैठ गए। अब सड़क पे एकदम कोई ट्राली लगाकर बैठ जाए, उसको हटाने में 10, 15, 20 मिनट, आधा घंटा लग जाता है। इसलिए सेफ साइड के लिए प्रधानमंत्री जी को बोला गया कि आप पीछे आ जाएं। ਸੋ ਇਸ ਰੈਲੀ ਦੇ ਰੱਦ ਹੋਣ ਦਾ ਦੂਸਰਾ ਜਿਹੜਾ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਉਹ ਹੈ ਕਿਸਾਨਾਂ ਦਾ ਵਿਰੋਧ। ਸੂਬੇ ਦੀਆਂ ਵੱਖ-ਵੱਖ ਥਾਵਾਂ ਤੋਂ ਮਿਲੀਆਂ ਖਬਰਾਂ ਦੇ ਮੁਤਾਬਿਕ ਵਰਦੇ ਮੀਂਹ ਦੀ ਪਰਵਾਹ ਨਾ ਕਰਦਿਆਂ ਕਿਸਾਨ ਸੜਕਾਂ ਉੱਤੇ ਡਟੇ ਰਹੇ। ਬੀਜੇਪੀ ਵਾਲਿਆਂ ਨੂੰ ਰੋਕਣ ਦੇ ਲਈ ਲੰਘੀ ਰਾਤ ਤੋਂ ਹੀ ਸੜਕਾਂ ਦੇ ਉੱਤੇ ਰੋਕਾਂ ਕਿਸਾਨਾਂ ਨੂੰ ਰੋਕਣ ਦੇ ਲਈ ਪੁਲਿਸ ਨੇ ਲਾ ਦਿੱਤੀਆਂ ਸੀ। ਪੁਲਿਸ ਨੇ ਕਿਸਾਨਾਂ ਨੂੰ ਖੰਡਾਉਣ ਦੇ ਲਈ ਬਾਹੂਬਲ ਦੀ ਵਰਤੋਂ ਕੀਤੀ ਪਰ ਕਿਸਾਨ ਅੜੇ ਰਹੇ। ਕਈ ਥਾਂ ਤੇ ਕਿਸਾਨਾਂ ਨੇ ਰੋਸ ਵਜੋਂ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਵੀ ਫੂਕੇ। ਮੋਦੀ ਦੀ ਪੰਜਾਬ ਫੇਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਨੇ ਲਾਠੀ ਚਾਰਜ ਕੀਤਾ। ਕਿਸਾਨਾਂ ਨੇ ਫਿਰੋਜ਼ਪੁਰ ਨੂੰ ਜਾਂਦੇ ਰਾਹ ਰੋਕ ਲਏ। ਪੁਲਿਸ ਨੇ ਕਿਸਾਨਾਂ ਦਾ ਬੈਰੀਕੇਡ ਲਾ ਕੇ ਰਾਹ ਰੋਕ ਲਿਆ। ਇਸੇ ਦੌਰਾਨ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰਾਂ ਦੀ ਬੈਠਕ ਹੋਈ। ਮੀਟਿੰਗ ਕਿਸੇ ਤਣ ਪੱਤਣ ਨਾ ਲੱਗੀ ਤਾਂ ਕਮੇਟੀ ਨੇ 30 ਜਨਵਰੀ ਤੱਕ ਕਿਸਾਨਾਂ ਤੇ ਦਰਜ ਝੂਠੇ ਕੇਸ ਵਾਪਸ ਲੈਣ ਦੀ ਮੋਹਲਤ ਦੇ ਦਿੱਤੀ। ਹਾਲਾਂਕਿ ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ 15 ਜਨਵਰੀ ਤੱਕ ਐਮਐਸਪੀ ਤੇ ਕਾਨੂੰਨੀ ਗਰੰਟੀ ਬਣਾਉਣ ਦਾ ਪ੍ਰਸਤਾਵ ਦੱਸਿਆ। ਇਸ ਸਾਰੀ ਕਾਰਵਾਈ ਬਾਰੇ, ਕਿਸਾਨਾਂ ਦੇ ਵਿਰੋਧ ਬਾਰੇ ਜਥੇਬੰਦੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਫੈਸਲਾ ਕੀਤਾ ਹੋਇਆ ਸੀ ਕਿ 1 ਤੋਂ 2 ਵਜੇ ਕਿਸਾਨ ਫਿਰੋਜ਼ਪੁਰ ਵਾਲੀ ਰੈਲੀ ਵੱਲ ਵਧੇ ਸਨ ਤਾਂ ਉਹ 3-4 ਪਾਸਿਆਂ ਵੱਲ ਦੀ ਸੀ। ਫਾਜ਼ਿਲਕਾ ਦੀ ਸਾਰੀ ਕਿਸਾਨ ਤਾਕਤ
ਫਿਰੋਜ਼ਪੁਰ ਵੱਲ ਵਧੀ ਸੀ ਤੇ ਉਸ ਨੂੰ ਜਲਾਲਾਬਾਦ ਸ਼ਹਿਰ ਤੋਂ ਅੱਗੇ ਤੱਕ ਜਾਣ ਦਿੱਤਾ ਗਿਆ। ਅੱਗੇ ਬੈਰੀਕੇਡ ਲਾ ਕੇ ਰੋਕ ਦਿੱਤਾ ਗਿਆ। ਇੱਕ ਵੱਡਾ ਜਥਾ ਤਰਨਤਾਰਨ ਤੋਂ ਫਿਰੋਜ਼ਪੁਰ ਜਾਣਾ ਸੀ। ਤੀਸਰਾ ਜਥਾ ਜ਼ੀਰੇ ਤੋਂ ਫਿਰੋਜ਼ਪੁਰ ਨੂੰ ਗਿਆ, ਪਰ ਇਸ ਨੂੰ 12 ਕਿਲੋਮੀਟਰ ਪਹਿਲਾਂ ਹੀ ਰੋਕਿਆ ਗਿਆ। ਯਾਨੀ ਕਿ 3-4 ਵੱਖ-ਵੱਖ ਥਾਵਾਂ ਤੋਂ ਪੰਧੇਰ ਜਥੇਬੰਦੀ ਦੇ ਕਾਫਲੇ ਨੇ ਜਿਹੜੇ ਉਹ ਫਿਰੋਜ਼ਪੁਰ ਵੱਲ ਨੂੰ ਰਵਾਨਾ ਹੋਏ। ਇਸ ਦੌਰਾਨ ਕਹਿੰਦੇ ਪੁਲਿਸ ਦੇ ਨਾਲ ਧੱਕਾ ਮੁੱਕੀ ਹੋਈ, ਕਿਸਾਨਾਂ ਤੇ ਲਾਠੀ ਚਾਰਜ ਹੋਇਆ। ਇਸ ਤਰ੍ਹਾਂ ਕਹਿੰਦੇ 3.5-4 ਥਾਵਾਂ ਤੇ ਮੋਰਚੇ ਚੱਲੇ। ਪੰਧੇਰ ਨੇ ਦੱਸਿਆ ਕਿ ਦਿੱਲੀ ਵਿੱਚ ਸਰਕਾਰ ਨਾਲ ਜੋ ਸਮਝੌਤਾ ਹੋਇਆ ਸੀ ਉਸ ਨੂੰ ਅਸਲੀ ਜਾਮਾ ਪਵਾਉਣ ਦੇ ਲਈ ਕੜਾਕੇ ਦੀ ਠੰਡ ਵਿੱਚ ਕਿਸਾਨ ਮੋਰਚੇ ਤੇ ਡਟੇ। ਪੰਧੇਰ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਨਾਲ ਦੇਰ ਰਾਤ ਨੂੰ ਹੋਈ ਗੱਲਬਾਤ ਬਾਰੇ ਦੱਸਦਿਆਂ ਕਿਹਾ ਕਿ ਸ਼ੇਖਾਵਤ ਦੇ ਨਾਲ 3 ਗੇੜਾਂ 'ਚ ਗੱਲਬਾਤ ਹੋਈ, ਪ੍ਰਸ਼ਾਸਨ ਨਾਲ 10 ਗੇੜ ਦੀ ਗੱਲਬਾਤ ਹੋਈ। ਪੂਰੀ ਰਾਤ ਪ੍ਰਸ਼ਾਸਨ ਦੇ ਨਾਲ ਗੱਲਬਾਤ ਚੱਲਦੀ ਰਹੀ। ਉਸ ਤੋਂ ਬਾਅਦ ਉਹਨਾਂ ਨੇ ਮੰਤਰੀ ਦੇ ਨਾਲ ਗੱਲਬਾਤ ਕਰਵਾਈ। ਮੋਦੀ ਦੀ ਸਾਰੀ ਰੈਲੀ ਉਹਨਾਂ ਦੀ ਦੇਖ-ਰੇਖ ਵਿੱਚ ਹੀ ਹੋ ਰਹੀ ਸੀ, ਯਾਨੀ ਕਿ ਸ਼ੇਖਾਵਤ ਦੀ ਦੇਖ-ਰੇਖ ਵਿੱਚ। ਪੰਧੇਰ ਨੇ ਦੱਸਿਆ ਕਿ ਸਰਕਾਰ ਨੇ ਗੱਲਬਾਤ ਵਿੱਚ ਕਿਸਾਨਾਂ ਨੂੰ 15 ਜਨਵਰੀ ਤੱਕ MSP ਤੇ ਕਾਨੂੰਨੀ ਗਰੰਟੀ ਬਣਾਉਣ ਦਾ ਪ੍ਰਸਤਾਵ ਦਿੱਤਾ। ਸਰਕਾਰ ਨੇ ਕਿਸਾਨਾਂ ਨੂੰ ਪ੍ਰਦੂਸ਼ਣ ਐਕਟ ਵਿੱਚੋਂ ਬਾਹਰ ਕੱਢਣ ਦੀਆਂ ਕਾਪੀਆਂ ਵੀ ਸਾਨੂੰ ਦੇ ਦਿੱਤੀਆਂ, ਇਸ ਤੇ ਅਸੀਂ ਪੜਤਾਲ ਕਰਾਂਗੇ। ਦੂਸਰੇ ਗੇੜ ਦੀ ਗੱਲਬਾਤ ਵਿੱਚ ਕਿਸਾਨਾਂ ਨੇ ਦਿੱਲੀ ਵਿੱਚ ਦਰਜ ਝੂਠੇ ਕੇਸ ਵਾਪਸ ਲੈਣ, ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਰੱਖੀ। ਤੀਸਰੇ ਗੇੜ ਦੀ ਗੱਲਬਾਤ ਵਿੱਚ ਕਿਸਾਨਾਂ ਨੇ ਸਰਕਾਰ ਨੂੰ 30 ਜਨਵਰੀ ਤੱਕ ਸਾਰੇ ਕੇਸ ਜਿਹੜੇ ਦਰਜ ਕੀਤੇ ਗਏ ਨੇ ਉਹ ਵਾਪਸ ਲੈਣ ਦੀ ਚੇਤਾਵਨੀ ਦਿੱਤੀ। ਜੇ ਹੁਣ ਪ੍ਰਦਰਸ਼ਨ ਚੱਲ ਰਿਹਾ ਫਿਰੋਜ਼ਪੁਰ ਤੇ ਸੜਕ ਦੇ ਸਾਈਡ ਤੇ ਚੱਲ ਰਿਹਾ, ਅਸੀਂ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਧੰਨਵਾਦ ਕਰਦੇ ਹਾਂ। ਉਹਨਾਂ ਪੀਸਫੁਲੀ ਤਰੀਕੇ ਨਾਲ ਇਹ ਸਾਰਾ ਪ੍ਰੋਗਰਾਮ ਸਿਰੇ ਲਾਇਆ। ਜੇ ਹੁਣ ਕਿਤੇ ਪ੍ਰਦਰਸ਼ਨ ਕਰਨਾ ਤੇ ਸਾਈਡ ਤੇ ਪੀਸਫੁਲੀ ਤਰੀਕੇ ਨਾਲ ਕਰੀਏ। ਦੂਜਾ, ਜਿਹੜੇ ਪੰਜਾਬ ਦੇ ਲੋਕਾਂ ਨੇ ਸਾਡੇ ਹੱਥ ਬੰਨਿਆਂ ਨੂੰ ਕਬੂਲ ਕੀਤਾ, ਉਹ ਜਿਵੇਂ ਕਿਸਾਨਾਂ ਮਜ਼ਦੂਰਾਂ ਨੂੰ ਪੂਰਾ ਸਾਲ ਰੋਲਿਆ ਗਿਆ, ਜਿਵੇਂ ਸਾਡੇ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ, ਉਹ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਨਹੀਂ ਗਏ ਹੈਗੇ, ਉਹਨਾਂ ਦਾ ਧੰਨਵਾਦ ਹੈਗਾ ਵਾ। ਆਸ ਰੱਖਦੇ ਹਾਂ ਜਿਹੜੀ ਮੋਦੀ ਸਰਕਾਰ ਨੇ ਜਿਹੜੇ ਭਰੋਸੇ ਦਿੱਤੇ ਆ ਆਉਣ ਵਾਲੇ ਸਮੇਂ ਵਿੱਚ ਹਕੀਕਤ ਵਿੱਚ ਲਾਗੂ ਰਹਿਣਗੇ। ਸੰਘਰਸ਼ ਚੱਲਦੇ ਹੁੰਦੇ ਆ, ਅੱਗੇ ਵੀ ਜਾਰੀ ਰੱਖਾਂਗੇ। ਸੋ ਪੰਜਾਬ ਦੇ ਲੋਕਾਂ ਦਾ ਇਸ ਵਰਦੇ ਮੀਂਹ ਦੇ ਵਿੱਚ ਇੰਨੀ ਖੜਾਕੇ ਦੀ ਠੰਡ ਵਿੱਚ ਸਾਥ ਦੇਣ ਲਈ ਧੰਨਵਾਦ। ਇਹਨਾਂ ਸਾਰੀਆਂ ਬੈਠਕਾਂ ਤੋਂ ਬਾਅਦ ਕਿਸਾਨਾਂ ਦੀਆਂ ਲੰਮਕਦੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ 15 ਮਾਰਚ ਨੂੰ ਕਿਸਾਨ ਲੀਡਰਾਂ ਦੇ ਨਾਲ ਬੈਠਕ ਵੀ ਸੱਦ ਲਈ ਹੈ। 3 ਕਿਸਾਨ ਲੀਡਰਾਂ ਦੇ ਨਾਲ ਬੈਠਕ ਹੋਵੇਗੀ। ਤਿੰਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਨੇ, ਜਿਨ੍ਹਾਂ ਦੀ ਵਿਗਿਆਨ ਭਵਨ ਦੇ ਵਿੱਚ PM ਮੋਦੀ ਦੇ ਨਾਲ ਮੀਟਿੰਗ ਹੋਏਗੀ। ਸੱਦਾ ਭੇਜ ਦਿੱਤਾ ਗਿਆ। ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੌਟਾਲਾ ਤੇ ਸਰਵਣ ਸਿੰਘ ਪੰਧੇਰ ਦਾ ਨਾਮ ਸ਼ਾਮਿਲ ਹੈ। ਕਿਸਾਨਾਂ ਦੇ ਨਾਲ ਬੈਠਕਾਂ ਤੋਂ ਬਾਅਦ ਕੇਂਦਰੀ ਮੰਤਰੀ ਤੇ ਸੀਨੀਅਰ BJP ਲੀਡਰ ਗਜੇंद्र सिंह शेखावत ने की किया, वो भी थोड़ा सुनाते हैं। EP एक्ट की धारा 14 और 15 को लेकर के जो संशय किसान साथियों को था, मैंने अत्यंत प्रसन्नता के साथ में उन्हें बताया है और एक्ट का कॉपी भी उनके साथ में शेयर किया था कि सरकार पहले ही इसमें निर्णय कर चुकी है। पराली या खेती का अवशेष जलाने को लेकर के यदि किसी तरह का प्रदूषण उत्पन्न होता है तो उन किसानों के खिलाफ किसी भी तरह की आपराधिक कार्रवाई नहीं की जा सकती, ऐसा उपबंध उसमें किया गया है। जो MSP को लेकर के कमेटी बनाने की थी, मैंने किसान साथियों को रात्रि में वार्ता के दौरान भी बताया था कि उसकी प्रक्रिया जो है उसका मसौदा तैयार हो रहा है और तेज़ी के साथ में उसमें काम हो रहा है। जो कमेटी बनाने की विषय है, स्टेक होल्डर्स के बीच में सहमति बन जाने के बाद यदि सहमति बन जाती है तो शीघ्र ही आगामी 15 तारीख तक इसको कमेटी को घोषित करने का प्रयास करेंगे। सो ये सारा घटनाक्रम 5 जनवरी ਨੂੰ ਵਾਪਰਿਆ ਹੈ। ਉਹ ਦਿਨ ਜਿਸ ਦੀ ਉਡੀਕ ਕੀਤੀ ਜਾ ਰਹੀ ਸੀ, ਮੀਡੀਆ ਦੇ ਵੱਲੋਂ ਵੀ, ਸਿਆਸਤਦਾਨਾਂ ਦੇ ਵੱਲੋਂ ਵੀ, ਪੰਜਾਬ ਦੇ ਲੋਕਾਂ ਦੇ ਵੱਲੋਂ ਵੀ, ਕਿਸਾਨਾਂ ਦੇ ਵੱਲੋਂ ਵੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਮੀਡੀਆ ਦੇ ਵਿੱਚ ਫੈਲ ਰਹੀਆਂ ਸੀ ਕਿ ਪ੍ਰਧਾਨ ਮੰਤਰੀ ਮੋਦੀ ਚੰਡੀਗੜ੍ਹ ਲੈ ਕੇ ਆ ਰਹੇ ਨੇ ਪੰਜਾਬ ਨੂੰ ਦੇਣ ਦੇ ਲਈ। ਪ੍ਰਧਾਨ ਮੰਤਰੀ ਮੋਦੀ ਸਾਰਾ ਕਰਜ਼ਾ ਮਾਫ ਕਰਨ ਦਾ ਐਲਾਨ ਕਰਨਗੇ, ਹਜ਼ਾਰਾਂ ਕਰੋੜਾਂ ਦੇ ਪ੍ਰੋਜੈਕਟ ਦਾ ਐਲਾਨ ਕਰਨਗੇ। ਸੋ ਇਹ ਸਾਰੇ ਕਾਸੇ ਦੀ ਉਡੀਕ ਸੀ। ਹਾਲਾਂਕਿ ਮੋਦੀ ਦੀ ਰੈਲੀ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ। ਫਿਰੋਜ਼ਪੁਰ ਸ਼ਹਿਰ ਨੂੰ ਛਾਉਣੀ ਦੇ ਵਿੱਚ ਬਦਲ ਦਿੱਤਾ ਗਿਆ ਸੀ। 11,000 ਸੁਰੱਖਿਆ ਮੁਲਾਜ਼ਮਾਂ ਤੋਂ ਇਲਾਵਾ ਐਂਟੀ ਡਰੋਨ ਸਿਸਟਮ ਵੀ ਫਿੱਟ ਕੀਤਾ ਗਿਆ ਸੀ। CCTV ਕੈਮਰੇ ਵੀ ਲਾਏ ਗਏ। ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਜੀ ਨਾਗੇਸ਼ਵਰ ਰਾਓ ਨੇ ਜਾਣਕਾਰੀ ਦਿੱਤੀ ਸੀ ਕਿ ਪੰਜਾਬ ਪੁਲਿਸ NSG ਫੌਜ ਅਤੇ SSB ਨਾਲ ਤਾਲਮੇਲ ਕਰਕੇ ਕੰਮ ਕਰ ਰਹੀ ਹੈ। ਡਰੋਨ ਵਿਰੋਧੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਇਸੇ ਦਰਮਿਆਨ ਅੰਮ੍ਰਿਤਸਰ ਪਠਾਨਕੋਟ ਰੋਡ ਤੇ ਸਥਿਤ ਟੋਲ ਪਲਾਜ਼ਾ ਦੇ ਉੱਤੇ ਕਿਸਾਨ ਤੇ BJP ਵਰਕਰ ਆਮੋ ਸਾਹਮਣੇ ਹੋਏ। ਇਸ ਟੋਲ ਪਲਾਜ਼ੇ ਤੇ BJP ਦਾ ਕਾਫਲਾ ਰੋਕਿਆ ਗਿਆ। ਇਹ ਕਾਫਲਾ ਫਿਰੋਜ਼ਪੁਰ ਦੇ ਵਿੱਚ ਮੋਦੀ ਦੀ ਰੈਲੀ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਿਹਾ ਸੀ। ਹਰੀਕੇ ਦੇ ਵਿੱਚ ਵੀ BJP ਦੇ ਵਰਕਰਾਂ ਦੀਆਂ ਬੱਸਾਂ ਨੂੰ ਵਾਪਸ ਭੇਜ ਦਿੱਤਾ ਗਿਆ ਤੇ ਕਈ ਥਾਵਾਂ ਤੇ ਕਿਸਾਨਾਂ ਨੇ BJP ਵਰਕਰਾਂ ਦਾ ਵਿਰੋਧ ਕੀਤਾ।
ਤੇ ਇੱਕ ਤਸਵੀਰ ਹੈ ਜਿਹੜੀ ਇੱਕ ਵੀਡੀਓ ਸ਼ਾਹਕੋਟ ਸਤਲੁਜ ਦਰਿਆ ਦੇ ਫਲਾਈਓਵਰ ਤੋਂ ਸਾਹਮਣੇ ਆਈ ਹੈ, ਜਿੱਥੇ ਬੀਜੇਪੀ ਲੀਡਰ ਨੇ ਵਿਵਾਦਿਤ ਬਿਆਨ ਦਿੱਤਾ ਹੈ ਕਿ ਜੇਕਰ ਹਿੰਦੂ ਸਿੱਖ ਦਾ ਮੁੱਦਾ ਬਣ ਗਿਆ ਫਿਰ ਤੁਸੀਂ ਚੀਕਾਂ ਮਾਰੋਗੇ, ਯਾਨੀ ਕਿ ਹਿੰਦੂ ਸਿੱਖ ਦਾ ਮੁੱਦਾ ਬਣਾਉਣ ਦਾ ਡਰਾਵਾ ਦਿੱਤਾ ਗਿਆ। ਇਹ ਬੀਜੇਪੀ ਲੀਡਰ ਜਲੰਧਰ ਦਾ ਅਮਿਤ ਤਨੇਜਾ ਨਾਮ ਦਾ ਲੀਡਰ ਹੈ। ਖਾਲੀ ਕਰਾ ਦਿਓ ਐਵੇਂ ਕਲੈਸ਼ ਹੋਊਗਾ, ਫੇ ਹਿੰਦੂ ਸਿੱਖ ਦਾ ਮੁੱਦਾ ਬਣ ਗਿਆ, ਫੇ ਤੁਸੀਂ ਚੀਕਾਂ ਮਾਰਨੀਆਂ, ਫੇ ਹਿੰਦੂ ਸਿੱਖ ਦਾ ਮੁੱਦਾ ਬਣ ਗਿਆ, ਫੇ ਤੁਸੀਂ ਚੀਕਾਂ ਮਾਰਨੀਆਂ, ਫੇ ਹਿੰਦੂ ਸਿੱਖ ਦਾ ਮੁੱਦਾ ਬਣ ਗਿਆ, ਫੇ ਤੁਸੀਂ ਚੀਕਾਂ ਮਾਰਨੀਆਂ, ਫੇ ਹਿੰਦੂ ਸਿੱਖ ਦਾ ਮੁੱਦਾ ਬਣ ਗਿਆ, ਫੇ ਤੁਸੀਂ ਚੀਕਾਂ ਮਾਰਨੀਆਂ। ਸੋ 2 ਸਾਲਾਂ ਦੇ ਵਕਫੇ ਤੋਂ ਬਾਅਦ ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ 42,750 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦੀ ਜਾਣਕਾਰੀ ਮਿਲੀ ਹੈ ਕਿ ਮੋਦੀ ਸਾਹਿਬ ਨੇ ਇੰਨੇ ਹਜ਼ਾਰ ਕਰੋੜ ਦੇ ਪ੍ਰੋਜੈਕਟ ਨੇ ਜਿਹੜੇ ਉਹ ਐਲਾਨ ਕੇ ਜਾਣੇ ਸੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ JP ਨੱਡਾ ਨੇ ਚੰਨੀ ਸਰਕਾਰ ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਹਨਾਂ ਨੇ PM ਮੋਦੀ ਦੀ ਰੈਲੀ ਨੂੰ ਫੇਲ ਕਰਨ ਲਈ ਕੋਝੇ ਹੱਥ ਕੰਡੇ ਅਪਣਾਏ। ਚੰਨੀ ਸਰਕਾਰ ਦੇ ਸੁਰੱਖਿਆ ਦੇ ਅਧੂਰੇ ਬੰਦੋਬਸਤਾਂ ਦੇ ਕਾਰਨ ਪ੍ਰਧਾਨ ਮੰਤਰੀ ਨੂੰ ਰੈਲੀ ਰੱਦ ਕਰਨੀ ਪਈ। ਇਸੇ ਕਰਕੇ ਪੰਜਾਬ ਦੇ ਵਿੱਚ ਕਰੋੜਾਂ ਦੇ ਵਿਕਾਸ ਪ੍ਰੋਜੈਕਟ ਉਦਘਾਟਨ ਦੇ ਖੁਣੋਂ ਰਹਿ ਗਏ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ ਲਈ ਫਿਰ ਵੀ ਵਚਨਬੱਧ ਹੈ, ਚਾਹੇ ਇਹ ਸਾਡੇ ਰਾਹ ਦੇ ਵਿੱਚ ਕਿੰਨੇ ਮਰਜ਼ੀ ਰੋੜੇ ਖੜੇ ਕਰੇ ਜਾਣ, ਪਰ ਫਿਰ ਵੀ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ। ਤੇ ਕਾਂਗਰਸ ਨੇ ਇਸ ਘਟੀਆ ਹਰਕਤ ਨਾਲ ਲੋਕਾਂ ਨੂੰ ਦੁਖੀ ਕੀਤਾ ਹੈ। ਲੋਕਾਂ ਦਾ ਲੋਕਤੰਤਰ ਵਿੱਚੋਂ ਵਿਸ਼ਵਾਸ ਉੱਡ ਗਿਆ ਹੈ। ਸੋ 5 ਜਨਵਰੀ ਦੇ ਸਾਰੇ ਘਟਨਾਕ੍ਰਮ ਤੋਂ ਬਾਅਦ, ਕਿਉਂਕਿ ਬਹੁਤ ਵੱਡੀ ਖਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋ ਜਾਵੇ, ਜਾਂ ਕਹਿ ਦਈਏ ਕਿ ਕਿਸੇ ਮੁਲਕ ਦੇ ਪ੍ਰਧਾਨ ਮੰਤਰੀ ਦੀ ਫੇਰੀ ਹੋਵੇ, ਰੈਲੀ ਹੋਵੇ ਕਿਸੇ ਵੀ ਸੂਬੇ ਦੇ ਵਿੱਚ, ਤੇ ਉਹ ਰੈਲੀ ਦੇ ਵਿੱਚ ਸੰਬੋਧਨ ਕਰਨ ਤੋਂ ਬਿਨਾਂ ਹੀ ਵਾਪਸ ਆ ਜਾਣ। ਸੁਰੱਖਿਆ ਦੇ ਵਿੱਚ ਵੱਡੀ ਸੇਂਧ ਦੀ ਗੱਲ ਸਾਹਮਣੇ ਆਵੇ, ਸਾਰੀਆਂ ਏਜੰਸੀਆਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਲੱਗੀਆਂ ਹੋਣ, ਫੇਰ ਵੀ ਉਹਨਾਂ ਨੂੰ 20 ਮਿੰਟ ਕਾਫਲਾ ਆਪਣਾ ਸੜਕ ਦੇ ਉੱਤੇ ਹੀ ਰੋਕਣਾ ਪਵੇ। ਸੋ ਬਹੁਤ ਸਾਰੇ ਸਵਾਲ ਨੇ ਜਿਹੜੇ ਉੱਠ ਰਹੇ ਨੇ, ਤੇ ਇਹਨਾਂ ਸਾਰੇ ਸਵਾਲਾਂ ਦੇ ਦਰਮਿਆਨ 2 ਪੱਖ ਨੇ ਜਿਹੜੇ ਲੋਕਾਂ ਦੇ ਉਹ ਸਾਹਮਣੇ ਆ ਰਹੇ ਨੇ। ਇੱਕ ਪੱਖ ਤਾਂ ਉਹ ਹੈ ਜਿਹੜੇ ਕਹਿੰਦੇ ਨੇ ਕਿ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਕਰਵਾਈ ਹੈ, ਵਿਰੋਧ ਕੀਤਾ ਹੈ, ਉਹ ਪੰਜਾਬ ਦੇ ਦੁਸ਼ਮਣ ਨੇ, ਕਿਉਂਕਿ ਪ੍ਰਧਾਨ ਮੰਤਰੀ ਨੇ ਪੰਜਾਬ ਦੇ ਲਈ ਬੜਾ ਕੁਝ ਐਲਾਨ ਕੇ ਜਾਣਾ ਸੀ, ਬੜਾ ਕੁਝ ਪੰਜਾਬ ਨੂੰ ਦੇ ਕੇ ਜਾਣਾ ਸੀ, ਪਰ ਇਹਨਾਂ ਲੋਕਾਂ ਦੇ ਕਾਰਨ ਰੈਲੀ ਰੱਦ ਹੋ ਗਈ। ਤੇ ਦੂਸਰਾ ਪੱਖ ਅਜਿਹੇ ਲੋਕਾਂ ਦਾ ਵੀ ਹੈ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਦਿਖਾ ਦਿੱਤਾ ਹੈ ਕਿ ਉਹ ਕਿਸੇ ਦੇ ਮੂਹਰੇ ਝੁਕਣ ਵਾਲਾ ਨਹੀਂ ਹੈ, ਹਕੂਮਤਾਂ ਦੇ ਡਰ ਦੇ ਮੂਹਰੇ ਝੁਕਣ ਵਾਲਾ ਨਹੀਂ ਹੈ, ਆਪਣੇ ਹੱਕ ਲੈ ਕੇ ਰਹੇਗਾ। ਕਿਉਂਕਿ ਕਿਸਾਨਾਂ ਨੇ ਜੇ ਵਿਰੋਧ ਕੀਤਾ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ, ਕਿਉਂਕਿ ਜਦੋਂ ਪਿਛਲੇ ਮਹੀਨੇ ਦਸੰਬਰ ਦੇ ਵਿੱਚ ਕਿਸਾਨ ਉੱਠੇ ਨੇ ਮੋਰਚਿਆਂ ਤੋਂ, ਤਾਂ ਇੱਕ ਭਰੋਸੇ ਦੇ ਨਾਲ ਸਰਕਾਰ ਤੇ ਭਰੋਸਾ ਕਰਕੇ ਉੱਠੇ ਨੇ, ਉਹ ਸਰਕਾਰ ਦਾ ਇੱਕ ਵਾਅਦਾ ਲੈ ਕੇ ਉੱਠੇ ਨੇ, ਪਰ ਉਹ ਵਾਅਦਾ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ। ਕਈ ਲੋਕ ਲਿਖ ਰਹੇ ਨੇ ਕਿ ਪੰਜਾਬ ਅਸ਼ਾਂਤ ਨਹੀਂ ਹੈ, ਪਰ ਪੰਜਾਬ ਚੌਧਰ ਨਹੀਂ ਬਰਦਾਸ਼ਤ ਕਰਦਾ। ਫੇਸਬੁੱਕ ਤੇ ਕਿਸੇ ਪੰਜਾਬੀ ਨੇ ਲਿਖਿਆ, ਕਹਿੰਦੇ ਗੱਲ ਸਿਰਫ ਇੰਨੀ ਕੀ ਹੈ ਕਿ ਪੰਜਾਬ ਸ਼ਾਂਤ ਨਹੀਂ ਹੈ, ਪੰਜਾਬ ਚੌਧਰ ਨਹੀਂ ਬਰਦਾਸ਼ਤ ਕਰਦਾ। ਤੇ ਇਹ ਗੱਲ ਸਾਰੀਆਂ ਪਾਰਟੀਆਂ ਨੂੰ ਸਮਝ ਲੈਣੀ ਚਾਹੀਦੀ ਹੈ। ਕਹਿੰਦੇ ਬੀਜੇਪੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਰੈਲੀ ਰੱਦ ਮੌਸਮ ਦਾ ਬਹਾਨਾ ਕਰਕੇ ਜਾਂ ਸੁਰੱਖਿਆ ਦੀ ਘਾਟ ਕਰਕੇ ਨਹੀਂ ਹੋਈ ਹੈ। ਅੰਦਰੋਂ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਤੁਹਾਡੇ ਨਾਲ ਨਹੀਂ ਤੁਰੇਗਾ। ਜੇ ਸੁਰੱਖਿਆ ਦੀ ਗੱਲ ਹੈ ਤਾਂ ਪਰਖ ਲਵੋ, ਪੰਜਾਬ ਵਾਲ ਵਿੰਗਾ ਨਹੀਂ ਹੋਣ ਦਿੰਦਾ। ਪਰ ਕੇਜਰੀਵਾਲ ਕੈਪਟਨ ਤੋਂ ਲੈ ਕੇ ਦਿੱਲੀ ਦੇ ਸਿਆਸੀ ਗਲਿਆਰੇ ਜਾਣਬੁੱਝ ਕੇ ਇਹ ਗੱਲ ਜਚਾਉਣਾ ਚਾਹੁੰਦੇ ਨੇ ਕਿ ਪੰਜਾਬ ਅਸ਼ਾਂਤ ਹੈ, ਕਿਉਂਕਿ ਪਿਛਲੇ ਦਿਨੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਟਿਆਲੇ ਦੇ ਵਿੱਚ ਵੀ ਸ਼ਾਂਤੀ ਮਾਰਚ ਕੱਢਿਆ ਸੀ। ਉਦੋਂ ਵੀ ਲੋਕਾਂ ਨੇ ਸਵਾਲ ਚੁੱਕੇ ਸੀ ਕਿ ਪੰਜਾਬ ਦੇ ਵਿੱਚ ਕਿਤੇ ਵੀ ਅਸ਼ਾਂਤੀ ਨਹੀਂ ਹੈ, ਪੰਜਾਬ ਬਿਲਕੁਲ ਸ਼ਾਂਤ ਹੈ। ਹਾਂ, ਪੰਜਾਬ ਆਪਣੇ ਪੁੱਤਾਂ ਨੂੰ ਸਰਹੱਦਾਂ ਤੇ ਸ਼ਹੀਦ ਜ਼ਰੂਰ ਕਰਵਾ ਲੇਗਾ। ਤਿਰੰਗੇ ਵਿਖਾ ਕੇ ਸਾਡੇ ਤੋਂ ਸਬੂਤ ਨਾ ਮੰਗੋ, ਅਸੀਂ ਸ਼ਹੀਦੀਆਂ ਦੇਣ ਵਾਲੇ ਹਾਂ। ਸੋ ਇਸ ਦਰਮਿਆਨ ਇੱਕ ਹੋਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਂਝੀ ਕੀਤੀ ਹੈ, ਟਵੀਟ ਕਰਕੇ ਟਿੱਪਣੀ ਵੀ ਕੀਤੀ ਹੈ। ਇੱਕ ਤਸਵੀਰ ਹੈ ਜਿਹੜੀ ਉਹ ਇੱਕ ਪੱਤਰਕਾਰ ਨੇ ਸਾਂਝੀ ਕੀਤੀ ਹੈ, ਉਸ ਤੇ ਟਿੱਪਣੀ ਕੀਤੀ ਹੈ। ਰਾਜਾ ਵੜਿੰਗ ਨੇ ਲਿਖਿਆ ਹੋਇਆ ਕਿ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਲਈ ਤੈਨਾਤ ਬੱਸ ਡਿੰਪੀ ਢਿੱਲੋਂ ਦੀ ਹੈ। ਬੱਸ ਤੇ ਤਸਵੀਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਹੈ। ਨਵ ਪੰਜਾਬ ਭਾਜਪਾ ਦੇ ਨਾਲ, ਪਰ ਭਾਜਪਾ ਕਿਹਦੇ ਨਾਲ? ਸੋ ਇਹ ਜਿਹੜੀ ਤਸਵੀਰ ਸਾਂਝੀ ਕੀਤੀ ਹੈ ਕਿ ਬੱਸ ਤੇ ਸੁਖਬੀਰ ਦੀ ਤਸਵੀਰ ਹੈ, ਤੇ ਵੜਿੰਗ ਨੇ ਕਿਹਾ ਕਿ 9 ਮਾਸ ਦਾ ਰਿਸ਼ਤਾ ਕਦੇ ਟੁੱਟੂਗਾ ਨਹੀਂ। ਉਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਜੇਪੀ ਦੀ ਸਟੇਜ ਤੋਂ, ਉਹ ਸਟੇਜ ਜਿੱਤੇ ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕਰਨਾ ਸੀ, ਉੱਥੋਂ ਆਪਣੀਆਂ ਪ੍ਰਾਪਤੀਆਂ ਦਾ ਗੁਣਗਾਨ ਕੀਤਾ ਅਤੇ
ਪੰਜਾਬ ਦੀ ਚੰਨੀ ਸਰਕਾਰ ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਸਮਾਗਮ ਦੇ ਸ਼ੁਰੂ ਵਿੱਚ ਪੰਜਾਬੀਆਂ ਦੇ ਦਲੇਰਾਨਾ ਸੁਭਾਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੀ ਸੁਰੱਖਿਆ ਪੰਜਾਬੀਆਂ ਦੇ ਸਿਰ ਹੈ। ਪੰਜਾਬੀ ਕੌਮ ਕਿਸੇ ਦੀ ਈਨ ਮੰਨਣ ਵਾਲੀ ਨਹੀਂ ਹੈ, ਸਗੋਂ ਦੰਬੀਆਂ ਨੂੰ ਹਰਾਉਣਾ ਜਾਣਦੀ ਹੈ। ਪਰ ਕੈਪਟਨ ਸਾਹਿਬ ਨੂੰ ਨਹੀਂ ਪਤਾ ਸੀ ਕਿ ਪੰਜਾਬ ਨੇ ਸ਼ਾਇਦ ਮੁਲਕ ਦੇ ਹਾਕਮ ਨੂੰ ਹੀ ਵਾਪਸ ਭੇਜ ਦੇਣਾ ਹੈ, ਉਹਨਾਂ ਦੀ ਹੀ ਈਨ ਨਹੀਂ ਮੰਨਣੀ। ਰੈਲੀ ਨੂੰ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਤੋਂ ਬਿਨਾਂ ਹੋਰ ਕਈ ਲੀਡਰਾਂ ਨੇ ਸੰਬੋਧਨ ਵੀ ਕੀਤਾ। ਕੈਪਟਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿੱਧੂ ਨੇ ਹੁਣ 8 ਨੁਕਾਤੀ ਫਾਰਮੂਲਾ ਦਿੱਤਾ ਹੈ ਕਿ ਉਹ ਇਸ ਦੇ ਆਧਾਰ ਤੇ ਕੰਮ ਕਰਨਗੇ। ਇਹਨਾਂ ਦੇ ਪੱਲੇ ਕੁਝ ਹੈ ਨਹੀਂ, ਪੈਸਾ ਇਹਨਾਂ ਕੋਲੇ ਹੈ ਨਹੀਂ, ਵੋਟਾਂ ਲਈ ਝੂਠ ਬੋਲੀ ਜਾਂਦੇ ਨੇ। ਪੰਜਾਬ ਦੇ ਵਿੱਚ ਸਾਡੀ ਸਰਕਾਰ ਬਣੇਗੀ, ਭਾਜਪਾ ਦੀ ਸਰਕਾਰ ਬਣੇਗੀ ਔਰ ਅਸੀਂ ਉਹਨਾਂ ਦੇ ਨਾਲ ਹੋਵਾਂਗੇ। ਇਸ ਸਰਕਾਰ ਦੇ ਵਿੱਚ ਲੋਕ ਚਾਹੁੰਦੇ ਨੇ ਪੰਜਾਬ ਦਾ ਭਵਿੱਖ, ਲੋਕ ਚਾਹੁੰਦੇ ਨੇ ਸਾਡੇ ਬੱਚਿਆਂ ਦਾ ਭਵਿੱਖ ਔਰ ਉਹ ਭਵਿੱਖ ਅੱਜ ਅਸੀਂ ਇੱਥੇ ਪਾਰਟੀ ਲੈ ਕੇ ਦੇਖੇ। ਆ ਨਹੀਂ ਬਨੌਟੀ ਕੰਮ ਜੋ ਕਰਦਾ ਹੈ ਜਾਂ ਕੇਜਰੀਵਾਲ ਝੂਠ ਬੋਲੀ ਜਾਂਦਾ, ਇੱਕ ਪਾਸੇ ਇਹ ਝੂਠ ਬੋਲੀ ਜਾਂਦੇ ਨੇ, ਬਸ ਝੂਠ ਵੋਟਾਂ ਲੈਣ ਵਾਸਤੇ। ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਰੱਦ ਹੋਣ ਤੇ ਲਗਾਤਾਰ ਸਿਆਸੀ ਘਮਸਾਨ ਮਚਿਆ ਹੋਇਆ ਹੈ। ਯੂਥ ਕਾਂਗਰਸ ਦੇ ਜਿਹੜੇ ਕੌਮੀ ਸ਼੍ਰੀਨਿਵਾਸ ਬੀਵੀ, ਉਹਨਾਂ ਦਾ ਟਵੀਟ ਕਾਫੀ ਚਰਚਾ ਦੇ ਵਿੱਚ ਹੈ। ਸ਼੍ਰੀਨਿਵਾਸ ਨੇ ਟਵੀਟ ਕੀਤਾ ਹੈ ਕਿ ਮੋਦੀ ਜੀ ਹਾਊ ਇਜ਼ ਦਾ ਜੋਸ਼ #ਪੰਜਾਬ। ਇਸ ਤੋਂ ਪਹਿਲਾਂ ਸ਼੍ਰੀਨਿਵਾਸ ਨੇ ਟਵੀਟ ਕੀਤਾ ਸੀ ਕਿ ਆਖਿਰਕਾਰ ਪੰਜਾਬ ਦੇ ਵਿੱਚ ਰੈਲੀ ਨਹੀਂ ਕਰ ਸਕੇ ਮੋਦੀ। ਕਿਸਾਨ ਵਿਰੋਧੀ ਮੋਦੀ ਦੇ ਜ਼ੋਰਦਾਰ ਸਵਾਗਤ ਦੇ ਲਈ ਖਾਲੀ ਕੁਰਸੀਆਂ ਇੰਤਜ਼ਾਰ ਕਰ ਰਹੀਆਂ ਸੀ। ਪੰਜਾਬ ਪਹੁੰਚਣ ਦੇ ਬਾਵਜੂਦ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਰੈਲੀ ਰੱਦ ਕਰਨੀ ਪਈ। ਤੇ ਸ਼੍ਰੀਨਿਵਾਸ ਦੇ ਇਸ ਟਵੀਟ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਕਾਫੀ ਤਕਲੀਫ ਹੋਈ। ਉਹਨਾਂ ਨੇ ਕਿਹਾ, ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਇਸ ਘਟਨਾਕ੍ਰਮ ਦੇ ਦੌਰਾਨ ਕਾਂਗਰਸ ਦੇ ਨੌਜਵਾਨ ਲੀਡਰਸ਼ਿਪ ਨੇ, ਜਿਹੜੀ ਕਾਂਗਰਸ ਦਾ ਨੌਜਵਾਨ ਲੀਡਰ ਹੈ, ਉਸਨੇ ਜੋਸ਼ ਦਾ ਜਿਹੜਾ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਕਿਸ ਗੱਲ ਦੀ ਖੁਸ਼ੀ ਹੈ ਉਹਨਾਂ ਨੂੰ, ਕਿਸ ਗੱਲ ਦਾ ਜੋਸ਼ ਹੈ? ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਸਾਜ਼ਿਸ਼ ਦੇ ਲਈ ਜੋਸ਼ ਹੈ। ਉਧਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਸਰਕਾਰ ਤੇ ਵਰੇ ਨੇ। ਉਹਨਾਂ ਨੇ ਕਿਹਾ ਜੋ ਕੁਝ ਵੀ ਹੋਇਆ ਉਹ ਸਵੀਕਾਰਨਯੋਗ ਨਹੀਂ ਹੈ, ਪੰਜਾਬੀਅਤ ਦੇ ਖਿਲਾਫ ਹੈ। ਫਿਰੋਜ਼ਪੁਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਇੱਕ ਸਿਆਸੀ ਰੈਲੀ ਨੂੰ ਸੰਬੋਧਨ ਕਰਨ ਵਾਲੇ ਸੀ। ਇਸ ਦੇ ਲਈ ਸੁਰੱਖਿਅਤ ਰਾਹ ਹੈ ਜਿਹੜਾ ਉਹ ਸੁਨਿਸ਼ਚਿਤ ਹੋਣਾ ਚਾਹੀਦਾ ਸੀ। ਲੋਕਤੰਤਰ ਇਸ ਤਰ੍ਹਾਂ ਨਾਲ ਕੰਮ ਨਹੀਂ ਕਰਦਾ। ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਰੈਲੀ ਦੇ ਵਿੱਚ ਵੀ ਪਹੁੰਚੇ ਹੋਏ ਸੀ, ਉਹਨਾਂ ਨੇ ਫਿਰ ਟਵੀਟ ਵੀ ਕੀਤਾ ਹੈ। ਕਹਿੰਦੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਪੂਰੀ ਤਰ੍ਹਾਂ ਦੇ ਨਾਲ ਨਾਕਾਮੀ ਹੈ, ਖਾਸ ਕਰਕੇ ਮੁੱਖ ਮੰਤਰੀ ਤੇ ਪੰਜਾਬ ਦੇ ਗ੍ਰਹਿ ਮੰਤਰੀ ਤੇ ਨਿਸ਼ਾਨਾ ਸਾਧਿਆ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸੁਰੱਖਿਆ ਦੇ ਵਿੱਚ ਵੱਡੀ ਚੁੱਕ ਹੋਈ ਹੈ। ਜਿੱਥੋਂ 10 ਕਿਲੋਮੀਟਰ ਦੂਰ ਪਾਕਿਸਤਾਨ ਹੈ, ਉੱਥੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਸੇਂਧ ਲੱਗੀ ਹੈ। ਯਾਨੀ ਕਿ ਉਹਨਾਂ ਨੇ ਜਿਵੇਂ ਕੈਪਟਨ ਸਾਹਿਬ ਦੀ ਹਰ ਗੱਲ ਦੇ ਵਿੱਚ ਕੁਝ ਵੀ ਹੋਣਾ ਹੋਵੇ ਪੰਜਾਬ ਦੇ ਵਿੱਚ ਤਾਂ ਉਹ ਪਾਕਿਸਤਾਨ ਤੇ ਇਲਜ਼ਾਮ ਲਾਉਂਦੇ ਨੇ, ਤੇ ਇੱਥੇ ਵੀ ਪਾਕਿਸਤਾਨ ਤੇ ਇਲਜ਼ਾਮ ਲਾਉਣ ਦਾ ਸੰਕੇਤ ਹੈ। ਉਧਰ ਕਾਂਗਰਸ ਦੇ ਜਿਹੜੇ ਬੁਲਾਰੇ ਹੈਗੇ ਨੇ, ਉਹਨਾਂ ਨੇ ਰਣਦੀਪ ਸੁਰਜੇਵਾਲਾ, ਉਹਨਾਂ ਨੇ ਜਵਾਬ ਦਿੱਤਾ। ਕਹਿੰਦੇ ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਦੇ ਵਿੱਚ ਕੋਈ ਭੁੱਲ ਨਹੀਂ ਹੋਈ ਹੈ। ਖਾਲੀ ਕੁਰਸੀਆਂ ਦੇਖ ਕੇ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਨਹੀਂ ਗਏ। ਸੁਰਜੇਵਾਲਾ ਨੇ ਖਾਸ ਤੌਰ ਤੇ ਬੀਜੇਪੀ ਦੇ ਕੌਮੀ ਪ੍ਰਧਾਨ JP ਨੱਡਾ ਨੂੰ ਜਵਾਬ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਡੀਅਰ ਨੱਡਾ ਜੀ, ਤੁਸੀਂ ਆਪਾ ਨਾ ਗਵਾਓ, ਇਹਦੇ ਵਿੱਚ ਕਈ ਹੋਰ ਚੀਜ਼ਾਂ ਵੀ ਨੇ, ਕਿਰਪਾ ਕਰਕੇ ਉਹਨਾਂ ਦਾ ਧਿਆਨ ਰੱਖੋ। ਪਹਿਲੀ ਚੀਜ਼ ਹੈ, ਪ੍ਰਧਾਨ ਮੰਤਰੀ ਦੀ ਰੈਲੀ ਦੀ ਸੁਰੱਖਿਆ ਵਿੱਚ 10,000 ਸੁਰੱਖਿਆ ਕਰਮੀਆਂ ਦੀ ਤੈਨਾਤੀ ਸੀ। SPG ਅਤੇ ਹੋਰ ਏਜੰਸੀਆਂ ਦੇ ਨਾਲ ਮਿਲ ਕੇ ਸਾਰੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਸੀ। ਇੱਥੋਂ ਤੱਕ ਕਿ ਹਰਿਆਣਾ, ਰਾਜਸਥਾਨ ਦੇ BJP ਵਰਕਰਾਂ ਦੀਆਂ ਸਾਰੀਆਂ ਬੱਸਾਂ ਦੇ ਲਈ ਰੂਟ ਵੀ ਬਣਾਇਆ ਗਿਆ ਸੀ। ਪ੍ਰਧਾਨ ਮੰਤਰੀ ਨੇ ਸੜਕੀ ਮਾਰਗ ਤੋਂ ਹੁਸੈਨੀਵਾਲਾ ਜਾਣ ਦਾ ਫੈਸਲਾ ਲਿਆ। ਇਹ PM ਦੇ ਕਾਫਲੇ ਦਾ ਰੂਟ ਨਹੀਂ ਸੀ, ਉਹਨਾਂ ਨੇ ਬਦਲ ਦਿੱਤਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪ੍ਰਧਾਨ ਮੰਤਰੀ ਅਤੇ ਕੇਂਦਰੀ ਮੰਤਰੀ ਦੇ ਦੌਰੇ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ 2 ਦੌਰ ਦੀ ਉਹਨਾਂ ਨਾਲ ਵਾਰਤਾ ਵੀ ਕਰ ਚੁੱਕੇ ਨੇ। ਇਹ ਉਹਨਾਂ ਨੇ ਜਵਾਬ ਦਿੱਤਾ। ਮੌਸਮ ਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਮੌਸਮ ਨੂੰ ਵੱਡਾ ਕਾਰਨ ਦੱਸਿਆ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਹੋਣ ਦਾ। ਪੰਜਾਬ ਤੇ ਹਰਿਆਣਾ ਦੇ ਵਿੱਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਰਿਹਾ, ਹਾਲਾਂਕਿ ਮੀਂਹ ਪੈਂਦਾ ਰਿਹਾ। ਚੰਡੀਗੜ੍ਹ ਅਤੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਪੰਜਾਬ ਦੇ ਫਿਰੋਜ਼ਪੁਰ, ਬਠਿੰਡਾ, ਮੋਹਾਲੀ, ਪਠਾਨਕੋਟ ਤੇ ਜਲੰਧਰ ਸਣੇ ਸਾਰੇ ਸੂਬੇ ਦੇ ਵਿੱਚੋਂ ਮੀਂਹ ਦੀਆਂ ਰਿਪੋਰਟਾਂ ਮਿਲੀਆਂ। ਪਿਛਲੇ 24 ਘੰਟਿਆਂ ਦੇ ਵਿੱਚ ਕਸ਼ਮੀਰ ਵਾਦੀ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਰੁਕ-ਰੁਕ ਕੇ ਬਰਫ਼ਬਾਰੀ ਵੀ ਹੋ ਰਹੀ ਹੈ। ਕਸ਼ਮੀਰ ਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਉਡਾਣਾਂ ਲਗਾਤਾਰ ਦੂਜੇ ਦਿਨ ਵੀ ਪ੍ਰਭਾਵਿਤ ਰਹੀਆਂ। ਬੁੱਧਵਾਰ ਨੂੰ 에ਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਸ਼੍ਰੀਨਗਰ ਹਵਾਈ ਅੱਡੇ ਤੇ ਉਡਾਣਾਂ ਦਾ ਸੰਚਾਲਨ ਸੰਭਵ ਨਹੀਂ ਹੈ। ਹੁਣ ਤੱਕ 4 ਉਡਾਣਾਂ ਰੱਦ ਹੋਣ ਦੀ ਖਬਰ ਮਿਲੀ ਤੇ ਬਰਫ਼ਬਾਰੀ ਹੈ ਜਿਹੜੀ ਉਹ ਲਗਾਤਾਰ ਹੋ ਰਹੀ ਹੈ। ਸੋ ਮੀਂਹ ਤੇ ਬਰਫ਼ਬਾਰੀ ਦੇ ਕਾਰਨ ਜ਼ਾਹਿਰ ਤੌਰ ਤੇ ਠੰਡ ਹੈ ਜਿਹੜੀ ਉਹ ਵਧੀ ਹੈ।
ਹੁਣ ਅਸੀਂ ਤੁਹਾਨੂੰ ਸੰਘਰਸ਼ ਕਰਨ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਦਿਖਾ ਦਿੰਨੇ ਹਾਂ। ਸੰਘਰਸ਼ ਹੈ ਜਿਹੜਾ ਉਹ ਕੀਤਾ ਕਰੋਨਾ ਵਾਰੀਅਰਸ ਨੇ। ਕਰੋਨਾ ਵਾਰੀਅਰਸ ਦੇ ਵੱਲੋਂ ਲਗਾਤਾਰ ਜਦੋਂ ਤੋਂ ਸਰਕਾਰ ਨੇ ਉਹਨਾਂ ਨੂੰ ਕੰਮਕਾਰ ਲੈ ਕੇ ਉਸ ਤੋਂ ਬਾਅਦ ਵਗਾ ਕੇ ਪਰੇ ਮਾਰਿਆ, ਉਦੋਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਨੇ ਕਿ ਅਸੀਂ ਆਪਦੀਆਂ ਜਿਹੜਾ ਪਹਿਲਾਂ ਨੌਕਰੀਆਂ ਅਸੀਂ ਕਰ ਰਹੇ ਸੀ ਉਹ ਛੱਡ ਕੇ ਅਸੀਂ ਕਰੋਨਾ ਦੇ ਮੌਕੇ ਸੇਵਾਵਾਂ ਦਿੱਤੀਆਂ, ਹੁਣ ਤੁਸੀਂ ਇੱਕਦਮ ਸਾਨੂੰ ਪਟਕਾ ਕੇ ਮਾਰਿਆ, ਸਾਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਨਰਸਿੰਗ ਸਟਾਫ ਅੰਮ੍ਰਿਤਸਰ, ਫਰੀਦਕੋਟ ਤੇ ਪਟਿਆਲਾ ਦੇ ਵੱਲੋਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਖਰੜ ਮੁਹਾਲੀ ਹਾਈਵੇ ਤੇ ਵਰਦੇ ਮੀਂਹ ਦੇ ਵਿੱਚ ਸੜਕ ਜਾਮ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਜਾਮ ਲੱਗਣ ਦੇ ਕਾਰਨ ਲੋਕਾਂ ਨੂੰ ਜ਼ਰੂਰ ਦਿੱਕਤ ਹੋਈ। ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕਿਆ ਗਿਆ। ਕੋਵਿਡ ਵਾਰੀਅਰਸ ਨਰਸਿੰਗ ਸਟਾਫ ਦੇ ਵੱਲੋਂ ਖਰੜ ਮੁਹਾਲੀ ਹਾਈਵੇ ਤੇ ਲਗਾਤਾਰ ਧਰਨਾ ਜਾਰੀ ਹੈ। ਸਮੂਹ ਸਟਾਫ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਸੜਕਾਂ ਤੇ ਉਤਰਿਆ ਹੋਇਆ ਹੈ। ਹਾਲੇ ਤੱਕ ਕਿਸੇ ਵੀ ਉੱਚ ਅਧਿਕਾਰੀ ਨੇ ਧਰਨਾਕਾਰੀਆਂ ਤੱਕ ਪਹੁੰਚ ਨਹੀਂ ਕੀਤੀ ਸਾਡੀ ਜਾਣਕਾਰੀ ਦੇ ਮੁਤਾਬਿਕ, ਤੇ ਨਾ ਹੀ ਉਹਨਾਂ ਦੀ ਮੰਗ ਸੁਣੀ ਹੈ ਤੇ ਇਹਨਾਂ ਦੇ ਧਰਨੇ ਨੂੰ ਕਿਸਾਨ ਜਥੇਬੰਦੀ ਉਗਰਾਹਾਂ ਤੇ ਹੋਰਾਂ ਦੇ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ। ਸੀਨੀਅਰ ਅਕਾਲੀ ਲੀਡਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜਿਹੜੇ ਕਿ ਨਸ਼ਾ ਤਸਕਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ, ਉਹਨਾਂ ਨੂੰ ਅਦਾਲਤ ਦੇ ਵੱਲੋਂ ਕੋਈ ਵੀ ਰਾਹਤ ਮੁੜ ਤੋਂ ਨਹੀਂ ਮਿਲ ਸਕੀ ਹੈ। ਅਦਾਲਤ ਨੇ ਜ਼ਮਾਨਤ ਅਰਜ਼ੀ ਤੇ ਸੁਣਵਾਈ ਮੁੜ ਤੋਂ ਟਾਲ ਦਿੱਤੀ ਹੈ। ਜ਼ਮਾਨਤ ਅਰਜ਼ੀ ਤੇ ਹੁਣ 10 ਜਨਵਰੀ ਨੂੰ ਮੁੜ ਸੁਣਵਾਈ ਹੋਵੇਗੀ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 8 ਜਨਵਰੀ ਤੱਕ ਜਵਾਬ ਦਾਖਲ ਕਰਨ ਦੇ ਲਈ ਕਿਹਾ ਹੈ। ਮਜੀਠੀਆ ਦੀ ਗ੍ਰਿਫਤਾਰੀ ਤੇ ਤਾਂ ਕੋਈ ਰੋਕ ਨਹੀਂ ਲਾਈ, ਪਰ ਜ਼ਮਾਨਤ ਅਰਜ਼ੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਜ਼ਰੂਰ ਦੇ ਦਿੱਤਾ ਗਿਆ ਤੇ ਦੂਜੀ ਵਾਰੀ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੈ ਜਿਹੜੀ ਉਹ ਟਲ ਗਈ ਹੈ। ਡੀਜੀਪੀ ਦੀ ਨਿਯੁਕਤੀ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ, ਕਿਉਂਕਿ ਚੱਟੋਪਾਧਿਆਏ ਸੂਬੇ ਦੇ ਡੀਜੀਪੀ ਨਹੀਂ ਹੋਣਗੇ। ਸਿੱਧੂ ਦੇ ਚਹੇਤੇ ਸਿਧਾਰਥ ਚੱਟੋਪਾਧਿਆਏ ਜਿਨ੍ਹਾਂ ਨੇ ਕੁਰਸੀ ਤੇ ਬਹਿੰਦਿਆਂ ਸਾਰ ਹੀ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਬਿਕਰਮ ਮਜੀਠੀਆ ਦੇ ਖਿਲਾਫ ਪਰਚਾ ਦਰਜ ਕੀਤਾ, ਉਹਨਾਂ ਦਾ ਨਾਮ ਯੂਪੀਐਸਸੀ ਪੈਨਲ ਦੇ ਵਿੱਚੋਂ ਬਾਹਰ ਹੋ ਗਿਆ, ਕਿਉਂਕਿ ਯੂਪੀਐਸਸੀ ਪੈਨਲ ਦੀ ਮੀਟਿੰਗ ਹੋਈ ਹੈ ਪੰਜਾਬ ਦੇ ਡੀਜੀਪੀ ਦੀ ਚੋਣ ਨੂੰ ਲੈ ਕੇ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਪੈਨਲ ਦੇ ਵੱਲੋਂ ਸੁਝਾਏ ਗਏ 3 ਨਾਵਾਂ ਦੇ ਵਿੱਚੋਂ ਕਿਸੇ ਇੱਕ ਨਾਂ ਦੀ ਚੋਣ ਕਰਨੀ ਪਵੇਗੀ। ਛੇਤੀ ਹੀ 1 ਮਹੀਨੇ ਦੇ ਅੰਦਰ ਤੀਜੀ ਵਾਰੀ ਹੁਣ ਪੰਜਾਬ ਦੇ ਵਿੱਚ ਨਵਾਂ ਡੀਜੀਪੀ ਨਿਯੁਕਤ ਹੋਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੱਟੜਤਾ ਜਾਂ ਕਹਿ ਲਈਏ ਕਿ ਉਹਨਾਂ ਦੀ ਬੇਬਾਕੀ ਦੇ ਕਾਰਨ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਉਹਨਾਂ ਤੋਂ ਨਾਰਾਜ਼ ਰਹਿੰਦੇ ਨੇ। ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਜਿੱਥੇ ਪੰਜਾਬ ਕਾਂਗਰਸ ਜ਼ੋਰ ਸ਼ੋਰ ਦੇ ਨਾਲ ਕਰ ਰਹੀ ਹੈ, ਉੱਥੇ ਹੀ ਅੰਦਰੂਨੀ ਬਗਾਵਤ ਹੈ ਜਿਹੜੀ ਕਾਂਗਰਸ ਦੀ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਦਿੱਲੀ ਦੇ ਵਿੱਚ ਪੰਜਾਬ ਦੇ 4 ਕੈਬਨਿਟ ਮੰਤਰੀਆਂ ਨੇ AICC ਦੇ ਜਨਰਲ ਸਕੱਤਰ KC ਵੇਣੂਗੋਪਾਲ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਜੇ ਸਿੱਧੂ ਦੀ ਸਰਕਾਰ ਅਤੇ ਮੰਤਰੀਆਂ ਦੇ ਵਿਰੁੱਧ ਬਿਆਨਬਾਜ਼ੀ ਨੂੰ ਨਾ ਰੋਕਿਆ ਗਿਆ ਤਾਂ ਇਸ ਦਾ ਖਮਿਆਜ਼ਾ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਭੁਗਤਣਾ ਪੈ ਸਕਦਾ ਹੈ। ਕਰੋਨਾ ਦੀ ਜਾਣਕਾਰੀ ਦੇ ਦਈਏ, ਰੋਕਾਂ ਦੀ ਜਾਣਕਾਰੀ ਹੈ। ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਰਾਤ ਦਾ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਕੇਸਾਂ ਦੀ ਵੱਧਦੀ ਗਿਣਤੀ ਕਾਰਨ ਬੁੱਧਵਾਰ ਤੋਂ ਸੂਬੇ ਦੇ ਵਿੱਚ ਰਾਤ ਦੇ ਕਰਫਿਊ ਦਾ ਐਲਾਨ ਸਰਕਾਰ ਨੇ ਕਰ ਦਿੱਤਾ ਹੈ। ਕੈਬਨਿਟ ਦੀ ਬੈਠਕ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਦੇ ਵਿੱਚ ਹੋਈ, ਜਿਸ ਮੁਤਾਬਿਕ ਹੁਣ ਸੂਬੇ ਦੇ ਵਿੱਚ ਰਾਤ 10 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ, ਜਿਵੇਂ ਪੰਜਾਬ ਦੇ ਵਿੱਚ ਲਾਇਆ ਗਿਆ ਹੈ। ਜਨਤਕ ਇਕੱਠਾਂ ਤੇ ਵੀ ਪਾਬੰਦੀਆਂ ਲਾਈਆਂ ਗਈਆਂ ਨੇ। ਕਿਸੇ ਵੀ ਸਮਾਗਮ ਵਿੱਚ ਨਿਰਧਾਰਤ ਸਮਰੱਥਾ ਦੇ ਮੁਕਾਬਲੇ 50% ਲੋਕ ਹੀ ਇਕੱਠੇ ਹੋ ਸਕਣਗੇ। ਸਰਕਾਰੀ ਹਸਪਤਾਲਾਂ ਦੇ ਵਿੱਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਖਾਸ ਪ੍ਰਬੰਧ ਕੀਤੇ ਜਾਣਗੇ। ਸੋ ਰਾਤ ਦਾ ਕਰਫਿਊ ਜਦੋਂ ਪੰਜਾਬ ਦੇ ਵਿੱਚ ਵੀ ਲਾਗੂ ਕੀਤਾ ਗਿਆ ਹੈ ਤਾਂ ਲੋਕ ਵੀ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ ਤੇ ਬੜੇ ਹੀ ਮਜ਼ਾਕੀਆ ਅੰਦਾਜ਼ ਦੇ ਵਿੱਚ ਲੋਕਾਂ ਦੇ ਵੀਡੀਓਜ਼ ਵੀ ਸਾਹਮਣੇ ਆ ਰਹੇ ਨੇ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਰੋਨਾ ਪੰਜਾਬ ਦੇ ਵਿੱਚ ਕਦੋਂ ਆਉਂਦਾ ਹੈ। ਸਿਰਫ ਰਾਤ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੀ ਕਰੋਨਾ ਦੇ ਆਉਣ ਦਾ ਟਾਈਮ ਹੈ, ਇਸ ਕਰਕੇ ਉਸ ਟਾਈਮ ਹੀ ਕਰਫਿਊ ਲਾਇਆ ਗਿਆ ਹੈ। यूपीएससी ने सूबे ਨੂੰ ਜਾਣਕਾਰੀ ਦਿੱਤੀ ਹੈ ਕਿ ਸਿਵਲ ਸੇਵਾ ਮੇਨਸ ਯਾਨੀ ਕਿ ਜਿਹੜੀ IAS ਦੀ ਪ੍ਰੀਖਿਆ ਹੈ 2021 ਸ਼ੁੱਕਰਵਾਰ ਤੋਂ ਨਿਰਧਾਰਿਤ ਪ੍ਰੋਗਰਾਮ ਦੇ ਮੁਤਾਬਿਕ ਹੀ ਹੋਵੇਗੀ। ਉਮੀਦਵਾਰਾਂ ਦੇ ਦਾਖਲਾ ਪੱਤਰ ਅਤੇ ਪ੍ਰੀਖਿਆ ਅਧਿਕਾਰੀਆਂ ਦੇ ਪਛਾਣ ਪੱਤਰ ਆਵਾਜਾਈ ਪਾਸ ਦੇ ਰੂਪ ਵਜੋਂ ਉਪਯੋਗ ਕੀਤੇ ਜਾ ਸਕਣਗੇ। यूपीएससी ਨੇ ਪ੍ਰੀਖਿਆ ਨਿਰਧਾਰਿਤ ਪ੍ਰੋਗਰਾਮ ਦੇ ਮੁਤਾਬਿਕ 7, 8, 9, 15 ਤੇ 16 ਜਨਵਰੀ 2022 ਨੂੰ ਲੈਣ ਦਾ ਫੈਸਲਾ ਲਿਆ ਹੈ। ਝਾਰਖੰਡ ਤੋਂ ਵੱਡੇ ਹਾਦਸੇ ਦੀ ਖਬਰ ਹੈ, ਜਿੱਥੇ ਪਾਕੁੜ ਦੇ ਅਮੜਾਪਾਣਾ ਥਾਣਾ ਖੇਤਰ ਦੇ ਪਿੰਡ ਪਾੜੇਰ ਕੋਲਾ ਦੇ ਨੇੜੇ ਬੁੱਧਵਾਰ ਸਵੇਰੇ LPG ਸਿਲੰਡਰ ਦੇ ਨਾਲ ਭਰੇ ਤੇਜ਼ ਰਫ਼ਤਾਰ ਟਰੱਕ ਨੇ ਸਾਹਮਣੇ ਤੋਂ ਆ ਰਹੀ ਯਾਤਰੂ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ 16 ਜਣਿਆਂ ਦੀ ਮੌਤ ਹੋ ਗਈ। ਵੱਡਾ ਹਾਦਸਾ ਝਾਰਖੰਡ ਦੇ ਵਿੱਚ ਵਾਪਰਿਆ ਹੈ ਤੇ 26 ਜਣੇ ਜ਼ਖਮੀ ਹੋਏ ਨੇ। LPG ਸਿਲੰਡਰਾਂ ਦੇ ਨਾਲ ਭਰੇ ਟਰੱਕ ਦੀ ਬੱਸ ਨਾਲ ਸਿੱਧੀ ਟੱਕਰ ਹੋਈ ਹੈ। ਵਾਦਿਤ ਐਪ ਬੁਲੀਬਾਈ ਮਾਮਲੇ ਦੀ ਗੱਲ ਕਰ ਲਈਏ ਤਾਂ ਜਾਣੇ ਮਾਣੇ ਫਿਲਮ ਅਦਾਕਾਰ ਤੇ ਗੀਤਕਾਰ ਜਾਵੇਦ
ਜਾਵੇਦ ਅਖਤਰ ਨੇ ਇਸ ਐਪ ਤੇ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਅਪਲੋਡ ਕਰਕੇ ਆਨਲਾਈਨ ਬੋਲੀ ਲਾਉਣ ਦੇ ਮਾਮਲੇ ਵਿੱਚ ਕਈ ਟਵੀਟ ਕੀਤੇ ਨੇ। ਨਵੇਂ ਟਵੀਟ ਦੇ ਵਿੱਚ ਜਾਵੇਦ ਅਖਤਰ ਨੇ ਕਿਹਾ ਕਿ ਜੇਕਰ ਇਸ ਐਪ ਦੀ ਮਾਸਟਰਮਾਈਂਡ ਵਾਕਈ ਇੱਕ 18 ਸਾਲ ਦੀ ਕੁੜੀ ਹੈ ਜਿਸ ਦੇ ਮਾਤਾ-ਪਿਤਾ ਦੀ ਕੈਂਸਰ ਅਤੇ ਕਰੋਨਾ ਨਾਲ ਮੌਤ ਹੋ ਗਈ ਸੀ ਤਾਂ ਲੋਕਾਂ ਨੂੰ ਉਹਦੇ ਨਾਲ ਮਿਲਣਾ ਚਾਹੀਦਾ ਹੈ, ਵੱਡਿਆਂ ਦੀ ਤਰ੍ਹਾਂ ਉਹਨੂੰ ਸਮਝਾਉਣਾ ਚਾਹੀਦਾ ਹੈ। ਉਸਨੇ ਜੋ ਕੁਝ ਕੀਤਾ ਉਹ ਗਲਤ ਕੀਤਾ ਅਤੇ ਦਇਆ ਦੀ ਭਾਵਨਾ ਰੱਖਦੇ ਹੋਏ ਉਸ ਕੁੜੀ ਨੂੰ ਮਾਫ ਕਰ ਦੇਣਾ ਚਾਹੀਦਾ ਹੈ। ਜੇ ਵਾਕਈ ਇਹ ਸੱਚ ਹੈ ਕਿ ਉਸਦੇ ਮਾਤਾ-ਪਿਤਾ ਦੀ ਕੈਂਸਰ ਅਤੇ ਕਰੋਨਾ ਦੇ ਨਾਲ ਮੌਤ ਹੋਈ ਹੈ। ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਇਸ ਮਾਮਲੇ ਦੇ ਵਿੱਚ ਮੁੰਬਈ ਪੁਲਿਸ 3 ਜਣਿਆਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਪੀਟੀਆਈ ਦੇ ਮੁਤਾਬਿਕ ਤੀਜੀ ਗ੍ਰਿਫਤਾਰੀ ਵੀ ਇੱਕ ਵਿਦਿਆਰਥੀ ਦੀ ਹੋਈ ਹੈ। ਇਸ ਤੋਂ ਪਹਿਲਾਂ 21 ਸਾਲਾ ਇੰਜੀਨੀਅਰਿੰਗ ਵਿਦਿਆਰਥੀ ਵਿਸ਼ਾਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁੱਛਗਿੱਛ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਮੁੰਬਈ ਦੀ ਬਾਂਦਰਾ ਅਦਾਲਤ ਨੇ ਵਿਸ਼ਾਲ ਨੂੰ 10 ਜਨਵਰੀ ਤੱਕ ਪੁਲਿਸ ਕਸਟਡੀ ਦੇ ਵਿੱਚ ਭੇਜ ਦਿੱਤਾ ਹੈ। ਹਾਲਾਂਕਿ ਪੁਲਿਸ ਉਸ 18 ਸਾਲ ਦੀ ਲੜਕੀ ਦੀ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਉਸ ਬਾਰੇ ਕੋਈ ਵੀ ਜਾਣਕਾਰੀ ਜਨਤਕ ਨਹੀਂ ਕਰ ਰਹੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਨੂੰ ਕਿਹਾ ਹੈ ਕਿ ਮੋਦੀ ਸਰਕਾਰ ਦੇ ਉੱਤੇ ਸੰਯੁਕਤ ਰਾਸ਼ਟਰ ਕਾਰਵਾਈ ਕਰੇ। ਬੁੱਧਵਾਰ ਨੂੰ ਕਿਹਾ ਕਿ ਕਸ਼ਮੀਰ ਦੇ ਵਿੱਚ ਭਾਰਤ ਮਨੁੱਖਤਾ ਦੇ ਖਿਲਾਫ ਅਪਰਾਧ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਨੂੰ ਭਾਰਤ ਦੇ ਉੱਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ। ਬੁੱਧਵਾਰ ਨੂੰ ਟਵੀਟ ਕਰਕੇ ਇਮਰਾਨ ਖਾਨ ਨੇ ਕਸ਼ਮੀਰ ਦੇ ਮੁੱਦੇ ਤੇ ਕੌਮਾਂਤਰੀ ਭਾਈਚਾਰੇ ਤੋਂ ਕਾਰਵਾਈ ਦੀ ਅਪੀਲ ਕੀਤੀ। ਕਜ਼ਾਕਿਸਤਾਨ ਤੋਂ ਖਬਰ ਹੈ ਜਿੱਥੇ ਭਾਰੀ ਵਿਰੋਧ ਪ੍ਰਦਰਸ਼ਨਾਂ ਦੇ ਵਿਚਾਲੇ ਬੁੱਧਵਾਰ ਨੂੰ ਰਾਸ਼ਟਰਪਤੀ ਕਾਸਿਮ ਜ਼ੋਮਾਰਟ ਤੋਕਾਵੇ ਨੇ ਪ੍ਰਧਾਨ ਮੰਤਰੀ ਆਸਕਰ ਮਾਮਿਨ ਦੀ ਸਰਕਾਰ ਦਾ ਅਸਤੀਫਾ ਸਵੀਕਾਰ ਕਰ ਲਿਆ। ਮੱਧ ਏਸ਼ੀਆ ਦੇ ਇਸ ਮੁਲਕ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧੇ ਦੇ ਕਾਰਨ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ। ਰਾਸ਼ਟਰਪਤੀ ਨੇ ਦੇਸ਼ ਦੇ ਉਪ ਪ੍ਰਧਾਨ ਮੰਤਰੀ ਅਲੀ ਖਾਨ ਸਮਾਈਲੋਵ ਨੂੰ ਅੰਤਰਿਮ ਪ੍ਰਧਾਨ ਮੰਤਰੀ ਬਣਾਇਆ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਧੰਨਵਾਦ।